ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਹਰ ਵੀਰਵਾਰ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਜ਼ਿਕਰ ਕਰਦੇ ਆ ਰਹੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਦਾ ਇਤਿਹਾਸ, ਫਿਰ ਸਿੱਖ ਰਾਜ ਦਾ ਸਮਾਂ, ਉਸ ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਆਉਣਾ, ਭਾਰਤ ਦੇ ਉੱਤੇ ਕਬਜ਼ਾ ਹੋ ਜਾਣਾ, ਸਿੱਖਾਂ ਵੱਲੋਂ ਜਾਗਰਤੀ ਦੀ ਲਹਿਰ, ਸਿੰਘ ਸਭਾ ਲਹਿਰ ਸ਼ੁਰੂ ਹੋਈ। ਉਸ ਲਹਿਰ ਦੇ ਅਸਰ ਨਾਲ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ ਔਰ ਇਸ ਲਹਿਰ ਵਿੱਚੋਂ ਹੀ ਅਕਾਲੀ ਲਹਿਰ ਦਾ ਜਨਮ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦਾ ਜਨਮ ਵੀ ਇਸ ਲਹਿਰ ਵਿੱਚੋਂ ਹੋਇਆ। ਇਸੇ ਹੀ ਲਹਿਰ ਵਿੱਚੋਂ ਇੱਕ ਹੋਰ ਜਥੇਬੰਦੀ ਜਿਹਦਾ ਨਾਮ ਬੱਬਰ ਅਕਾਲੀ ਲਹਿਰ ਆਉਂਦਾ ਹੈ, ਉਹਦਾ ਵੀ ਨਾਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਬੜੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਅੱਜ ਅਸੀਂ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਬਾਰੇ ਹੀ ਕੁਝ ਵਿਚਾਰਾਂ ਕਰਾਂਗੇ। ਸਰਕਾਰ ਨੇ ਜੋ ਸਖਤੀ ਸਿੱਖਾਂ ਉੱਤੇ ਕੀਤੀ, ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਵਿੱਚ 150 ਤੋਂ ਉੱਪਰ ਗੁਰੂ ਕੇ ਪਿਆਰੇ ਸ਼ਹੀਦ ਹੋ ਗਏ। ਗੁਰੂ ਕੇ ਬਾਗ ਵਿੱਚ ਬੀਟੀ ਦੀਆਂ ਡਾਂਗਾਂ ਨਾਲ ਉਹਨਾਂ ਦੀਆਂ ਪੀੜਾਂ, ਉਹਨਾਂ ਦੀਆਂ ਸੱਟਾਂ ਅੱਜ ਵੀ ਹੱਡਾਂ ਵਿੱਚੋਂ ਕੜਕਦੀਆਂ ਹਨ ਤੇ ਉਹ ਅਤਿਆਚਾਰ ਤੇ ਜੇਲ੍ਹਾਂ ਵਿੱਚ ਕੀਤੀ ਹੋਈ ਸਖਤੀ, ਉਹਦੇ ਨਤੀਜੇ ਵਜੋਂ ਦੁਆਬੇ ਦੇ ਇਲਾਕੇ ਵਿੱਚ ਇੱਕ ਲਹਿਰ ਜਨਮ ਲੈਂਦੀ ਹੈ ਜਿਸ ਦਾ ਨਾਮ ਬੱਬਰ ਅਕਾਲੀ ਲਹਿਰ ਰੱਖਿਆ ਗਿਆ ਹੈ। ਇਤਿਹਾਸ ਵਿੱਚ ਉਸ ਨੂੰ ਬੱਬਰ ਅਕਾਲੀ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੱਬਰ ਦਾ ਮਤਲਬ ਉਹ ਸ਼ੇਰ ਦੀ ਕਿਸਮ ਹੈ ਜਿਹਨੂੰ ਬੱਬਰ ਸ਼ੇਰ ਅਸੀਂ ਕਹਿੰਦੇ ਹਾਂ। ਅਕਾਲੀ ਲਹਿਰ ਦੇ ਨਾਲ ਬੱਬਰ ਲਫ਼ਜ਼ ਵੀ ਉਸ ਵਿੱਚੋਂ ਇਸਤੇਮਾਲ ਕੀਤਾ ਗਿਆ। ਇਸ ਲਹਿਰ ਦਾ ਮੁੱਖ ਮੰਤਵ ਝੋਲੀ ਚੁੱਕਾਂ ਨੂੰ ਸੋਧਣਾ, ਦੇਸ਼ ਵਿੱਚ ਹਥਿਆਰਬੰਦ ਵਿਦਰੋਹ ਕਰਕੇ ਅੰਗਰੇਜ਼ੀ ਰਾਜ ਨੂੰ ਇਸ ਭਾਰਤ ਦੀ ਜਾਂ ਭਾਰਤ ਵਰਸ਼ ਵਿੱਚੋਂ ਆਜ਼ਾਦ ਕਰਾਉਣਾ ਜਾਂ ਉਹਨਾਂ ਨੂੰ ਕੱਢਣਾ ਤੇ ਉਹਨਾਂ ਕੋਲੋਂ ਭਾਰਤ ਨੂੰ ਆਜ਼ਾਦ ਕਰਾਉਣਾ। ਇਹ ਲਹਿਰ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਚੱਲਦੀ ਹੈ ਔਰ ਮੇਨ ਜ਼ਿਲ੍ਹੇ 3 ਇਹਦੇ ਵਿੱਚ ਇਨਵੋਲਵ ਹੁੰਦੇ ਹਨ। ਇਹਦੇ 'ਚ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ, ਦੁਆਬੇ ਦੇ 3 ਜ਼ਿਲ੍ਹੇ ਇਸ ਲਹਿਰ ਵਿੱਚ ਜ਼ਿਆਦਾ ਐਕਟਿਵ ਹੋ ਕੇ ਜਾਂ ਜ਼ਿਆਦਾ ਅੱਗੇ ਵੱਧ ਕੇ ਉਹਨਾਂ ਨੇ ਹਿੱਸਾ ਪਾਇਆ ਹੈ। ਇੱਕ ਕਾਰਨ ਇਹਦਾ ਵੀ ਹੋ ਸਕਦਾ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਸਿੱਖ ਉਸ ਵੇਲੇ ਵੀ ਬਾਹਰਲੇ ਦੇਸ਼ਾਂ ਵਿੱਚ, ਬਾਹਰਲੇ ਮੁਲਕਾਂ ਵਿੱਚ, ਅਮਰੀਕਾ, ਕੈਨੇਡਾ ਵਿੱਚ ਵੀ ਆਏ ਹੋਏ ਸਨ ਤੇ ਇੱਥੋਂ ਤੱਕ ਅਫਰੀਕਾ ਦੇ ਵਿੱਚ ਵੀ, ਕੀਨੀਆ ਸਾਈਡ ਦੇ ਉੱਤੇ ਵੀ ਸਿੱਖਾਂ ਦੀ ਉਸ ਵੇਲੇ ਗਿਣਤੀ ਮਿਲਦੀ ਹੈ। ਉਹਨਾਂ ਦੇ ਅਸਰ ਨਾਲ ਹੋ ਸਕਦਾ ਹੈ ਕਿ ਉਹਨਾਂ ਦੇ ਅੰਦਰ ਦੇਸ਼ ਆਜ਼ਾਦੀ ਲਈ ਤੇ ਦੇਸ਼ ਭਗਤੀ ਦੀ ਇੱਕ ਸਪਿਰਿਟ ਪੈਦਾ ਹੋਈ ਹੋਵੇ। ਉਹਨਾਂ ਦੇ ਅਸਰ ਹੇਠ ਜਾਂ ਆਰਥਿਕ ਪੱਖ ਤੋਂ ਥੋੜ੍ਹੇ ਜਿਹੇ ਸੌਖੇ ਹੋਣ ਕਰਕੇ
ਇਹ ਲਹਿਰ ਜਿਹੜੀ ਉਸ ਇਲਾਕੇ ਵਿੱਚ ਜਨਮ ਲੈਂਦੀ ਹੈ। ਇਹ ਤਿੰਨ ਜ਼ਿਲ੍ਹਿਆਂ ਦੇ ਇਹ ਜਿਹੜੇ ਗੁਰੂ ਕੇ ਪਿਆਰੇ ਹਨ, ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਔਰ ਲੁਧਿਆਣੇ ਜ਼ਿਲ੍ਹੇ ਦੇ ਵੀ ਕੁਝ ਆਗੂ ਇਹਦੇ ਵਿੱਚ ਸ਼ਾਮਲ ਹੋਏ ਹਨ। ਇਹਨਾਂ ਦਾ ਕੁਝ ਥੋੜਾ ਜਿਹਾ ਅੱਜ ਵਰਣਨ ਆਪ ਜੀ ਦੇ ਨਾਲ ਕਰਾਂਗਾ। ਬੱਬਰ ਅਕਾਲੀ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਜੀ ਗੜਗੱਜ, ਪਿੰਡ ਬੜਿੰਗ, ਜਲੰਧਰ ਕੈਂਟ ਦੇ ਬਿਲਕੁਲ ਨਾਲ ਦਾ ਪਹਿਲਾ ਪਿੰਡ ਜਿਹਨੂੰ ਪਿੰਡ ਬੜਿੰਗ ਕਿਹਾ ਜਾਂਦਾ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਔਰ ਨਾਲ ਇਹਨਾਂ ਦੇ ਬਾਬੂ ਸੰਤਾ ਸਿੰਘ ਜੀ ਜੋ ਹਰਹੋਂ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਇਹ ਦੋਨੇ ਰਿਟਾਇਰਡ ਫੌਜੀ ਸਨ। ਸਰਦਾਰ ਕਿਸ਼ਨ ਸਿੰਘ ਜੀ ਨੇ ਤਾਂ ਪਲਟਨ ਨੰਬਰ 2/35 ਦੇ ਵਿੱਚੋਂ ਨੌਕਰੀ ਛੱਡ ਕੇ ਤੇ ਹੁਣੇ ਉਸੇ ਟਾਈਮ ਹੀ ਆਏ ਸਨ। ਸਰਦਾਰ ਬਾਬੂ ਸੰਤਾ ਸਿੰਘ ਜੀ ਪਲਟਨ ਨੰਬਰ 52 ਦੇ ਵਿੱਚ ਫੌਜ ਦੀ ਨੌਕਰੀ ਕਰਦੇ ਸਨ। 1921 ਵਿੱਚ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਦਾ ਹੈ ਤੇ ਉਦੋਂ ਬਾਬੂ ਸੰਤਾ ਸਿੰਘ ਜੀ ਜਲੰਧਰ ਛਾਉਣੀ ਦੇ ਵਿੱਚ ਇਹ ਪਲਟਨ ਦੇ ਵਿੱਚ ਸ਼ਾਮਲ ਸਨ। ਨਨਕਾਣਾ ਸਾਹਿਬ ਦੇ ਸਾਕੇ ਦੇ ਪਿੱਛੋਂ ਪਿੰਡ ਦੁਸਾਂਝ ਕਲਾਂ ਜੋ ਫਗਵਾੜੇ ਤੋਂ ਤੇ ਗੁਰਾਇਆਂ ਦੇ ਕੋਲ ਪਿੱਛੇ ਹਟ ਕੇ ਪੈਂਦਾ ਹੈ 7 ਕਿਲੋਮੀਟਰ ਦੇ ਅੱਗੇ, ਜਿੱਥੋਂ ਦੇ ਅਕਾਲੀ ਪੱਤਰਕਾਰ ਦੇ ਐਡੀਟਰ ਸਰ ਅਮਰ ਸਿੰਘ ਦੁਸਾਂਝ ਦਾ ਨਾਮ ਵੀ ਆਉਂਦਾ ਹੈ, ਇਸੇ ਪਿੰਡ ਦੇ ਰਹਿਣ ਵਾਲੇ ਸਨ ਜੋ ਅਖਬਾਰ ਅਕਾਲੀ ਪੱਤਰਕਾਰ ਛਪਦੀ ਸੀ। ਤਾਂ ਉਸ ਦੁਸਾਂਝ ਕਲਾਂ 'ਚ ਇੱਕ ਬਹੁਤ ਵੱਡੀ ਪੋਲੀਟੀਕਲ ਕਾਨਫਰੰਸ ਕੀਤੀ ਗਈ। ਉਸ ਮੌਕੇ ਤੇ ਬਾਬੂ ਸੰਤਾ ਸਿੰਘ ਜੀ ਨੌਕਰੀ ਛੱਡ ਕੇ ਕੌਮੀ ਲਹਿਰ ਦਾ ਹਿੱਸਾ ਬਣ ਗਏ। ਇਹਨਾਂ ਦੋਨਾਂ ਮੁਖੀਆਂ ਨੇ ਬੱਬਰ ਅਕਾਲੀ ਦਲ ਕਾਇਮ ਕੀਤਾ ਹੈ। ਇਹਦੇ ਕੁਝ ਮੈਂਬਰ ਹਨ ਜਿਨ੍ਹਾਂ ਦੇ ਨਾਮ ਜ਼ਰੂਰੀ ਮੈਂ ਲੈਣੇ ਸਮਝਦਾ ਹਾਂ, ਜਿਹੜੇ ਉਸ ਵੇਲੇ ਆਗੂ ਬਣ ਕੇ ਵਿਚਰਦੇ ਸਨ। ਸਰ ਕਰਮ ਸਿੰਘ ਜੀ ਦੌਲਤਪੁਰ ਜ਼ਿਲ੍ਹਾ ਜਲੰਧਰ, ਸਰ ਸੁੰਦਰ ਸਿੰਘ ਜੀ ਮਖਸੂਸਪੁਰ, ਸਰਦਾਰ ਕਰਮ ਸਿੰਘ ਜੀ ਝਿੰਗੜ, ਧੰਨਾ ਸਿੰਘ ਜੀ ਬਹਿਬਲਪੁਰ ਜਿਨ੍ਹਾਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਹੈ, ਜਿਨ੍ਹਾਂ ਦਾ ਜ਼ਿਕਰ ਵੀ ਬਹੁਤ ਬਹਾਦਰੀ ਦਾ ਇਹਨਾਂ ਦਾ ਅੱਗੇ ਜਾ ਕੇ ਆਏਗਾ। ਮਾਸਟਰ ਦਲੀਪ ਸਿੰਘ ਜੀ ਪਿੰਡ ਗੌਂਸਰ ਜ਼ਿਲ੍ਹਾ ਜਲੰਧਰ, ਸਰ ਹਜ਼ਾਰਾ ਸਿੰਘ ਜੀ ਮੰਡੇਰ ਇਹ ਵੀ ਜ਼ਿਲ੍ਹਾ ਜਲੰਧਰ, ਸਰ ਬੰਤਾ ਸਿੰਘ ਤੇ ਸਰ ਭੋਲਾ ਸਿੰਘ, ਸਰ ਪਿਆਰਾ ਸਿੰਘ ਇਹ ਧਾਮੀਆਂ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਆ ਹੁਣ SGPC ਦੇ ਪ੍ਰਧਾਨ ਧਾਮੀ ਪਿੰਡ ਦੇ ਹਨ ਤੇ ਜਿਹੜਾ ਹਰਜਿੰਦਰ ਸਿੰਘ ਧਾਮੀ ਦਾ ਪਿੰਡ ਹੈ ਉਹੀ ਪਿੰਡ ਇਹਨਾਂ ਦਾ ਸੀ। ਸਰਦਾਰ ਵਿਆਮ ਸਿੰਘ ਧੁੱਗਾ, ਇਹ ਧੁੱਗੋ ਪਿੰਡ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ। ਸਰ ਭੋਲਾ ਸਿੰਘ ਜੀ ਅਧਿਕਾਰੇ ਕੋਠੇ ਵਾਲੇ, ਸਰ ਉਜਾਗਰ ਸਿੰਘ ਜੀ ਧਾਮੀਆਂ, ਸਰ ਰਤਨ ਸਿੰਘ ਜੀ ਸਿੰਗੜੀ ਵਾਲੇ, ਸਰਦਾਰ ਕਿਸ਼ਨ ਸਿੰਘ ਜੀ ਸੰਸਰਾ ਪਿੰਡ ਇੱਕ ਹੈ ਉਹ, ਸਰ ਕਰਤਾਰ ਸਿੰਘ ਜੀ ਪਡੋਰੀ ਨਿਜਰਾ ਜੋ ਜਲੰਧਰ ਦੇ ਆਦਮਪੁਰ ਤੋਂ 3 ਮੀਲ ਦੀ ਦੂਰੀ ਤੇ ਭੂਪੁਰ ਨੂੰ ਜਾਈਏ ਤੇ ਰਸਤੇ 'ਚ ਪਿੰਡ ਨੂੰ ਰਸਤਾ ਜਾਂਦਾ ਹੈ। ਇਹ ਪਿੰਡ ਪਡੋਰੀ ਨਿਜਰਾ, ਸਰ ਹਰਬੰਸ ਸਿੰਘ ਜੀ ਸਰਹਾਲਾ ਕਲਾਂ ਤੇ ਸਰਦਾਰ ਆਨੰਦ ਸਿੰਘ ਇਹ ਕੁਛ ਆਗੂ ਹਨ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚੋਂ ਮਿਲਦੇ ਹਨ, ਜਿਨ੍ਹਾਂ ਦਾ ਮੈਂ ਜ਼ਿਕਰ ਆਪ ਜੀ ਨਾਲ ਕੀਤਾ ਹੈ। ਤਾਂ ਬੱਬਰ ਪਾਰਟੀ ਦੇ ਕੁਝ ਨਿਯਮ ਵੀ ਸਨ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ। ਉਹਨਾਂ ਦੇ ਨਿਯਮ ਸੀ ਸ਼ਰਾਬ ਨਹੀਂ ਪੀਣੀ, ਕਿ ਘਰ-ਬਾਰ ਤਿਆਗਣ ਦਾ ਪ੍ਰਣ ਲੈਣਾ, ਭਾਵ ਰੂਹ ਪੁੱਛ ਹੋ ਜਾਣਾ, ਪਰਿਵਾਰ ਨੂੰ ਉਹਦੇ ਮੌਤ ਉੱਪਰ ਉੱਠ ਜਾਣਾ, ਚੋਰੀ ਨਹੀਂ ਕਰਨੀ, ਦੇਸ਼ ਵਿੱਚ ਏਕਤਾ ਦੀ ਲਹਿਰ ਪੈਦਾ ਕਰਨੀ ਤੇ ਆਪਣੀ ਜਾਨ ਦੇ ਉੱਤੇ ਖੇਡ ਜਾਣਾ। ਇਸ ਪਾਰਟੀ ਵਿੱਚ 3 ਕਿਸਮ ਦੇ ਆਦਮੀ ਸ਼ਾਮਲ ਕੀਤੇ ਗਏ। ਇੱਕ ਕੁਰਬਾਨੀ ਕਰਨ ਵਾਲੇ, ਦੂਜੇ ਕੁਰਬਾਨੀ ਕਰਨ ਵਾਲੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਵੀ ਜਿਹੜੇ ਸ਼ਹੀਦ ਹੋ ਜਾਣਗੇ ਜਾਂ ਕੁਰਬਾਨ ਹੋ ਜਾਣਗੇ ਤਾਂ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ, ਤੇ ਤੀਜਾ ਸੀ ਬੱਬਰਾਂ ਨੂੰ ਸਰਕਾਰੀ ਜਿਹੜੀਆਂ ਐਕਟੀਵਿਟੀਜ਼ ਚੱਲਦੀਆਂ ਹਨ, ਗਤੀਵਿਧੀਆਂ ਚੱਲਦੀਆਂ, ਸਰਗਰਮੀਆਂ ਚੱਲਦੀਆਂ ਹਨ, ਉਹਨਾਂ ਦੀ ਸੂਹ ਦੇਣ ਵਾਲੇ, ਜਿਹਨੂੰ CID ਡਿਪਾਰਟਮੈਂਟ ਅਸੀਂ ਕਹਿੰਦੇ ਹਾਂ। ਇਹ 3 ਤਰ੍ਹਾਂ ਦੇ ਇਹਦੇ 'ਚ ਜਿਹੜੇ ਇਹਨਾਂ ਦੇ 3 ਪਾਰਟ ਕਹਿ ਲਈਏ ਜਾਂ 3 ਇਹਨਾਂ ਦੇ ਹਿੱਸੇ ਜਿਹੜੇ ਬਣਾ ਦਿੱਤੇ ਗਏ ਵੀ ਇਸ ਤਰ੍ਹਾਂ ਦੇ ਮੈਂਬਰ ਇਹਦੇ ਵਿੱਚ ਸ਼ਾਮਲ ਹੋ ਸਕਦੇ ਹਨ। ਬੱਬਰਾਂ ਨੇ ਬੱਬਰ ਅਕਾਲੀ ਨਾਂ ਦਾ ਇੱਕ ਸਾਈਕਲੋ ਸਟਾਈਲ ਤੇ ਛਪਣ ਵਾਲਾ ਇੱਕ ਅਖਬਾਰ ਵੀ ਜਾਰੀ ਕੀਤਾ। ਸਾਈਕਲੋ ਸਟਾਈਲ ਕਰਾ ਕੇ ਉਸ ਵੇਲੇ ਛਪਦੇ ਸੀ। ਉਹਦੇ ਵਿੱਚੋਂ ਮੈਂ ਕਿਉਂਕਿ ਉਹ ਇੱਕ ਹਿਸਟੋਰੀਕਲ ਡਾਕੂਮੈਂਟ ਹੈ ਜਿਹੜਾ ਸਰਕਾਰੀ ਵਕੀਲਾਂ ਨੇ ਉਹਨਾਂ ਨੂੰ ਅਦਾਲਤ ਵਿੱਚ ਇਹਨਾਂ ਦੇ ਖਿਲਾਫ ਬੱਬਰਾਂ ਦੇ ਪੇਸ਼ ਕੀਤਾ, ਉਹਦੇ ਕੁਝ ਕਵਿਤਾਵਾਂ ਛਪਦੀਆਂ ਸਨ। ਉਹਦੇ ਬੰਦ ਮੈਂ ਜ਼ਰੂਰ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ
ਜਿਹਦਾ ਉਹਨਾਂ ਨੇ ਹੈਡਿੰਗ ਲਿਖਿਆ, ਯਾਰੋ ਗੁਣ ਆਜ਼ਾਦੀ ਦੇ ਗਾਣ ਲੱਗ ਪਓ। ਉਹਨਾਂ ਨੇ ਉਹਦਾ ਹੈਡਿੰਗ ਇਹ ਦਿੱਤਾ, ਯਾਰੋ ਗੁਣ ਆਜ਼ਾਦੀ ਦੇ ਗਾਉਣ ਲੱਗ ਪਓ। ਥਾਂ ਥਾਈਂ ਬਣਾ ਕੇ ਜੱਥਿਆਂ ਨੂੰ ਵੀਰੋ ਜ਼ਾਲਮਾਂ ਤਾਈਂ ਖਪਾਉਣ ਲੱਗ ਪਓ। ਬੇੜਾ ਕੌਮ ਦਾ ਜਿਨ੍ਹਾਂ ਨੇ ਗਰਕ ਕੀਤਾ, ਸਿਰੀ ਜ਼ਾਲਮਾਂ ਦੇ ਖਾਕ ਪਾਉਣ ਲੱਗ ਪਓ। ਦੇਸ਼ ਭਗਤਾਂ ਨੂੰ ਜਿਨ੍ਹਾਂ ਨੇ ਦੁੱਖ ਦਿੱਤਾ, ਉਹਨਾਂ ਜ਼ਾਲਮਾਂ ਦੀ ਧੌਣ ਲਾਉਣ ਲੱਗ ਪਓ। ਹਿੰਦ ਵਿੱਚ ਪਾਪੀ ਨਹੀਂ ਰਹਿਣ ਦੇਣੇ, ਜਿੱਥੇ ਜਿੱਥੇ ਵੇਖੋ ਵੰਡਾਂ ਪਾਉਣ ਲੱਗ ਪਓ। ਸਾੜੋ ਚੌਂਕੀਆਂ ਲੁੱਟੋ ਖਜ਼ਾਨਿਆਂ ਨੂੰ, ਸਾੜੋ ਚੌਂਕੀਆਂ ਲੁੱਟੋ ਖਜ਼ਾਨਿਆਂ ਨੂੰ, ਅਤੇ ਨਾਫਿਆਂ ਧੁੰਮ ਧਮਾਉਣ ਲੱਗ ਪਓ। ਕੰਮ ਦੂਸਰਾ ਵੀ ਨਾਲ ਸ਼ੁਰੂ ਕਰਨਾ, ਰੇਲਾਂ ਹੇਠ ਵੀ ਬੰਬ ਟਿਕਾਉਣ ਲੱਗ ਪਓ। ਅੱਖੀਂ ਵੇਖ ਬੇਦਵੀਆਂ ਚੁੱਪ ਬੈਠਾ, ਅੱਖੀਂ ਵੇਖ ਬੇਦਵੀਆਂ ਚੁੱਪ ਬੈਠਾ। ਕਾਇਰ ਹੋ ਕੇ ਝੱਟ ਟਪਾਇਆ ਕਿਉਂ, ਮੋਰੇ ਬਾਂਦਰਾਂ ਦੇ ਕਰੇ ਹਜ਼ੂਰ ਜਵਾਲੀ। ਸਿੰਘ ਨਾਮ ਤੂੰ ਅੱਜ ਸਦਵਾਇਆ ਕਿਉਂ। ਤੇ ਫਿਰ ਉਹਦਾ ਤੀਜਾ ਬੰਦ ਲਿਖਦੇ ਨੇ, ਸ਼ਾਂਤ ਮਈ ਨੇ ਹਿੰਦ ਜਗਾ ਦਿੱਤਾ, ਹੁਣ ਤਾਂ ਸ਼ੁਰੂ ਹੋ ਜਾਓ ਦੂਜੇ ਦਾ ਲੋਕੋ। ਮਾਰੇ ਬਿਨਾ ਕਦੀ ਨਹੀਂ ਕੰਮ ਸਰਨਾ, ਲਓ ਜ਼ਾਲਮਾਂ ਦੀਆਂ ਵੰਡੀਆਂ ਪਾ ਲੋਕੋ। ਤੇ ਅਗਲਾ ਚੌਥਾ ਬੰਦ ਵਿੱਚੋਂ ਲਿਖਦੇ ਨੇ, ਹਿੰਦੂ ਮੁਸਲਮਾਨ ਤੇ ਸਿੰਘ ਸੂਰਿਓ ਵੇ, ਵੇਲਾ ਆ ਗਿਆ ਗਦਰ ਮਚਾਵਨੇ ਦਾ। ਅੱਖੀਂ ਵੇਖ ਬੇਦਵੀਆਂ ਹੁੰਦਿਆਂ ਨੂੰ, ਰਿਹਾ ਵਕਤ ਨਾ ਝੱਟ ਲੰਘਾਵਨੇ ਦਾ। ਜ਼ੁਲਮ ਵੇਖ ਕੇ ਸੂਰਿਓ ਚੁੱਪ ਬੈਠੇ, ਵਕਤ ਆ ਗਿਆ ਤੇ ਉਠਾਵਨੇ ਦਾ। ਇਹ ਕਵਿਤਾਵਾਂ ਬੱਬਰਾਂ ਦੀ ਕਾਪੀ ਵਿੱਚੋਂ ਸਰਕਾਰੀ ਵਕੀਲ ਨੇ ਦਸੰਬਰ 1923 ਦੇ ਵਿੱਚ ਮਿਸਟਰ L.A. ਬੁੱਲ ਸਪੈਸ਼ਲ ਮੈਜਿਸਟਰੇਟ ਲਾਹੌਰ ਦੀ ਅਦਾਲਤ ਵਿੱਚ ਪੇਸ਼ ਕੀਤੀਆਂ ਸੀ, ਤਦ ਕਿ ਇਹਨਾਂ ਨੂੰ ਗਦਾਰ ਦਾ ਜਾਂ ਇਹਨਾਂ ਨੂੰ ਬਾਗੀਆਂ ਦਾ ਦਰਜਾ ਦੇ ਕੇ ਇਹਨਾਂ ਨੂੰ ਸਜ਼ਾਵਾਂ ਕੜੀਆਂ ਤੋਂ ਕੜੀਆਂ ਦਿੱਤੀਆਂ ਜਾ ਸਕਣ। ਸਬੂਤ ਦੇ ਤੌਰ ਤੇ ਇਹ ਕਵਿਤਾਵਾਂ ਜਿਹੜੀਆਂ ਸਨ ਉਸ ਨੇ ਪੇਸ਼ ਕੀਤੀਆਂ ਸੀ। ਇਹਨਾਂ ਤੋਂ ਤਿੰਨ ਗੱਲਾਂ ਪ੍ਰਗਟ ਹੁੰਦੀਆਂ ਨੇ ਇਹਨਾਂ ਕਵਿਤਾਵਾਂ ਤੋਂ। ਪਹਿਲੀ ਗੱਲ, ਬੱਬਰ ਅਕਾਲੀ ਦੇਸ਼ ਦੀ ਆਜ਼ਾਦੀ ਲਈ ਬਹੁਤ ਤੜਫ ਰੱਖਦੇ ਸਨ, ਇਨਕਲਾਬੀ ਸਨ। ਦੂਜਾ, ਜ਼ੁਲਮ ਤੇ ਜ਼ਬਰ ਨੂੰ ਵੇਖ ਕੇ ਉਹਨਾਂ ਨੇ ਇਹ ਹਥਿਆਰਬੰਦ ਸੰਘਰਸ਼ ਦਾ ਰਾਹ ਫੜਿਆ ਸੀ। ਜਦੋਂ ਸ਼ਾਂਤੀ ਦੇ ਸਾਰੇ ਹਥਿਆਰ ਖਤਮ ਹੋ ਜਾਣ ਤਾਂ ਤਲਵਾਰ ਦੀ ਮੁੱਠ ਨੂੰ ਹੱਥ ਹੋਣਾ ਜਾਇਜ਼ ਹੈ ਦਾ ਜਿਹੜਾ ਫਾਰਮੂਲਾ ਸੀ ਉਹ ਇਹਨਾਂ ਨੇ ਅਪਣਾਇਆ। ਤੀਜਾ ਸੀ, ਉਹ ਏਕਤਾ ਦੇ ਹਾਮੀ ਸਨ। ਇਸੇ ਲਈ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਨੂੰ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਇਨਕਲਾਬੀ ਰਸਤਾ ਅਖਤਿਆਰ ਕਰਨ ਦੀ ਪ੍ਰੇਰਨਾ ਕਰਦੇ ਸਨ। ਇਹ ਤਿੰਨ ਚੀਜ਼ਾਂ ਉਹਨਾਂ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ, ਜਿਹੜੀਆਂ ਇਸ ਕਵਿਤਾ ਦੇ ਵਿੱਚੋਂ ਵੀ ਤੇ ਉਹਨਾਂ ਦੇ ਸਿਧਾਂਤਾਂ ਦੇ ਵਿੱਚੋਂ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਮਿਸਟਰ ਪਿਟਮੈਨ ਜੋ ਸਰਕਾਰੀ ਵਕੀਲ ਸੀ, ਸ਼੍ਰੋਮਣੀ ਕਮੇਟੀ ਦੇ ਪਹਿਲੇ ਜੱਥੇ ਦੇ ਮੁਕੱਦਮੇ ਵਿੱਚ ਉਹਨੇ ਇਹ ਦੋਸ਼ ਲਾਇਆ ਸੀ ਕਿ ਜੇਲ੍ਹਾਂ ਵਿੱਚ ਅਕਾਲੀਆਂ ਤੇ ਸਖਤੀ ਬਾਰੇ ਸ਼੍ਰੋਮਣੀ ਕਮੇਟੀ ਨੇ ਜੋ ਐਲਾਨ ਕੀਤੇ ਹਨ, ਉਹਨਾਂ ਨੂੰ ਬੱਬਰ ਅਕਾਲੀਆਂ ਨੂੰ ਤਾਕਤ ਦਿੱਤੀ ਹੈ। ਉਹਨਾਂ ਦਾ ਇਹ ਮਤਲਬ ਆਪਣਾ ਮੰਨਣਾ ਸੀ। ਇਹ ਉਰਦੂ ਦੀ ਅਖਬਾਰ ਅਕਾਲੀ 15/5/1924 ਦੀ ਹੈ, ਜਿਹਦੇ ਵਿੱਚ ਇਹ ਲਿਖਿਆ ਮਿਲਦਾ ਹੈ ਵੀ ਬੱਬਰ ਅਕਾਲੀ ਕਿੱਥੋਂ ਤਾਕਤਵਰ ਹੋਏ। ਤਾਂ ਹੁਣ ਬੱਬਰ ਅਕਾਲੀ ਲਹਿਰ ਦਾ ਆਰੰਭ ਕਿਵੇਂ ਹੋਇਆ? 1921 ਨੂੰ ਸਿਵਲ ਨਾਫਰਮਾਨੀ ਸਮੇਂ ਸਰਕਾਰ ਨੇ ਜਲੰਧਰ ਵਿੱਚ ਸ਼ਰਾਬ ਦੇ ਠੇਕੇ ਨਿਲਾਮ ਕੀਤੇ। ਉਹਨਾਂ ਨੂੰ ਰੋਕਣ ਲਈ ਰਾਏਜ਼ਾਦਾ ਹੰਸਰਾਜ ਤੇ ਸਰਦਾਰ ਹਰੀ ਸਿੰਘ ਜਲੰਧਰੀ ਨੇ ਪਿਕਟਿੰਗ ਕੀਤੀ, ਭਾਵ ਉਹਨਾਂ ਨੂੰ ਰੋਕਣ ਦਾ ਜਿਹੜਾ ਸੀ ਸਾਰਾ ਕੁਝ ਖਬਰਾਂ ਵੀ ਦਿੱਤੀਆਂ ਤੇ ਗੱਲਬਾਤ ਵੀ ਸਾਰੀ ਕੀਤੀ। ਰਾਏਜ਼ਾਦਾ ਹੰਸਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਦਾਰ ਹਰੀ ਸਿੰਘ ਜੀ ਨੂੰ ਦੀ ਦਸਤਾਰ ਲਾ ਸੁੱਟੀ। ਉਹਨਾਂ ਨੂੰ ਕੇਸਾਂ ਤੋਂ ਫੜ ਕੇ ਗੰਦੀਆਂ ਨਾਲੀਆਂ ਵਿੱਚ ਘਸੀਟਿਆ ਗਿਆ। ਉਹ ਬਿਲਕੁਲ ਸ਼ਾਂਤਮਈ ਰਹੇ, ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕਿਆ ਕਿਉਂਕਿ ਇਹ ਸੂਹ ਦੇਣ ਵਾਲੇ ਸਨ। ਪਰ ਕਚਹਿਰੀ ਵਿੱਚ ਪਿੰਡਾਂ ਦੇ ਇਕੱਠੇ ਹੋਏ ਲੋਕਾਂ ਨੂੰ ਜਦੋਂ ਇਹ ਨਜ਼ਾਰਾ ਵੇਖਿਆ ਤਾਂ ਜੋਸ਼ ਚੜ ਗਿਆ। ਜ਼ੁਲਮ ਸਹਿਣਾ ਵੀ ਪਾਪ ਹੈ ਤੇ ਕਿਸੇ ਦੇ ਜ਼ੁਲਮ ਹੁੰਦਾ ਹੋਇਆ ਦੇਖ ਕੇ ਚੁੱਪ ਕਰ ਜਾਣਾ ਵੀ ਇੱਕ ਵੱਡਾ ਗੁਨਾਹ ਹੈ, ਜੋ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਤਾਂ ਉਹਨਾਂ ਵਿੱਚੋਂ ਫਿਰ ਜਦੋਂ ਪਿੰਡਾਂ ਦੇ ਲੋਕ ਇਕੱਠੇ ਹੋਏ ਸਨ, ਉਹਨਾਂ ਦੇ ਅੰਦਰ ਫਿਰ ਤਸ਼ੱਦਦ ਦੀ ਜਾਂ ਇਹ ਕਹਿ ਲਈਏ ਕਿ ਇਸ ਜ਼ੁਲਮ ਦੇ ਵਿੱਚੋਂ ਉਹਨਾਂ ਦੇ ਅੰਦਰ ਬਦਲੇ ਦੀ, ਤਸ਼ੱਦਦ ਦੀ ਭਾਵਨਾ ਪੈਦਾ ਹੋ ਗਈ। ਇੱਕ ਰਾਜ ਪਲਟਾਊ ਲਹਿਰ ਜਿਹੜੀ ਸੀ ਉਹ ਜਥੇਬੰਦ ਹੋਣ ਲੱਗ ਪਈ।
1922 ਚ 1922 ਸਾਕਿਸ਼ਨ ਸਿੰਘ ਬੜਿੰਗ ਤੇ ਬਾਬੂ ਸੰਤਾ ਸਿੰਘ ਨੇ ਬੱਬਰ ਅਕਾਲੀ ਲਹਿਰ ਜਥੇਬੰਦੀ ਬਣਾ ਦਿੱਤੀ। ਇਹ ਹੋਂਦ ਆਉਂਦੀ ਹੈ 1922 ਦੀ, ਜਦੋਂ ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਹਾਦਤਾਂ ਤੋਂ ਬਾਅਦ ਦਾ ਇਹ ਜ਼ਿਕਰ ਇਤਿਹਾਸ ਜਿਹੜਾ ਹੈ ਉਹ ਬਣਦਾ ਹੈ। ਇਸ ਦੇ ਪਿੱਛੇ ਮਾਸਟਰ ਮੂਤਾ ਸਿੰਘ, ਜਿਨ੍ਹਾਂ ਦੇ ਨਾਮ ਤੇ ਅੱਜ ਮੂਤਾ ਸਿੰਘ ਨਗਰ ਜਲੰਧਰ ਵਿੱਚ ਬਣਿਆ ਹੋਇਆ, ਸਰ ਹਰੀ ਸਿੰਘ ਜਲੰਧਰੀ, ਭਾਈ ਪਿਆਰਾ ਸਿੰਘ ਲੰਗੇਰੀ MLA, ਇਹ ਉਹਨਾਂ ਦੇ ਅਸਿਸਟੈਂਟ ਬਣੇ। ਬੱਬਰ ਉਹਨਾਂ ਤੇ ਭਰੋਸਾ ਕਰਦੇ ਸਨ। ਉਹਨਾਂ ਦਿਨਾਂ ਵਿੱਚ ਸਰਦਾਰ ਬਸੰਤ ਸਿੰਘ ਜੀ ਕੁੱਕੜ ਪਿੰਡ ਖਾਲਸਾ ਹਾਈ ਸਕੂਲ ਜਲੰਧਰ 8ਵੀਂ ਜਮਾਤ ਵਿੱਚ ਪੜ੍ਹਦੇ ਸਨ। ਉਦੋਂ 8ਵੀਂ ਜਮਾਤ 'ਚ ਪੜ੍ਹਦੇ ਸਨ। ਉਹ ਬਾਬੂ ਸੰਤਾ ਸਿੰਘ ਦੀਆਂ ਚਿੱਠੀਆਂ ਨੂੰ ਪਹੁੰਚਾਉਂਦੇ ਸਨ। ਕਈ ਥਾਂ ਤੇ ਅੱਗੋਂ ਬਣਦੇ ਸਨ। ਜਿਹੜੀਆਂ ਚਿੱਠੀਆਂ ਬਾਬੂ ਸੰਤਾ ਸਿੰਘ ਜੀ ਲਿਖਦੇ, ਉਹਨਾਂ ਨੂੰ ਵੱਖਰੀ ਵੱਖਰੀ ਥਾਂ ਤੇ ਪਹੁੰਚਾਉਂਦੇ। ਤਾਂ ਇਸ ਪਾਰਟੀ ਵਿੱਚ ਫਿਰ ਯੂਥ ਵੀ, ਜਿਹਨੂੰ ਕਹਿ ਲਈਏ ਨੌਜਵਾਨ ਵੀ, ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਦੀਵਾਨ ਬਹਾਦਰ ਦੁਰਗਾ ਦਾਸ ਇੰਸਪੈਕਟਰ ਜਨਰਲ ਕਪੂਰਥਲਾ ਨੇ ਬੱਬਰ ਕੇਸ ਵਿੱਚ ਸਰਕਾਰੀ ਗਵਾਹ ਦੇ ਤੌਰ ਤੇ ਇੱਕ ਬੱਬਰ ਅਕਾਲੀ ਦੀ ਲਿਖੀ ਹੋਈ ਡਾਇਰੀ ਪੇਸ਼ ਕੀਤੀ। ਉਸ ਵਿੱਚ ਲਿਖਿਆ ਸੀ ਕਿ 500 ਇਨਕਲਾਬੀ ਪੰਜਾਬ ਵਿੱਚ ਤਿਆਰ ਹੋ ਜਾਣ ਤਾਂ ਹਕੂਮਤ ਦਾ ਤਖਤਾ ਪਲਟਣ ਦਾ ਪ੍ਰੋਗਰਾਮ ਉਹਨਾਂ ਦਾ ਸਿਰੇ ਚੜ੍ਹ ਸਕਦਾ ਹੈ। ਇਹ ਡਾਇਰੀ ਮਿਸਟਰ LA ਬੁੱਲ ਸਪੈਸ਼ਲ ਮੈਜਿਸਟਰੇਟ ਲਾਹੌਰ ਦੀ ਅਦਾਲਤ ਵਿੱਚ 9 ਦਸੰਬਰ 1923 ਨੂੰ ਸਬੂਤ ਦੇ ਤੌਰ ਤੇ ਪੇਸ਼ ਕੀਤੀ ਗਈ। ਜਿਹੜੀ ਬੱਬਰਾਂ ਦੀ ਡਾਇਰੀ ਸੀ, ਇਹ ਅਖਬਾਰ ਉਰਦੂ ਦਾ ਸ਼ਬਦ ਸੀ ਅਕਾਲੀ, ਉਹਦੇ ਵਿੱਚ ਇਹ ਸਾਰਾ ਇਹ ਖਬਰ, ਇਹ ਸਾਰਾ ਜਿਹੜਾ ਇਹ ਮੈਟਰ ਪਿਆ ਹੋਇਆ ਹੈ, ਜੋ 1923 ਦੀ ਅਕਾਲੀ ਉਰਦੂ ਅਖਬਾਰ 9 ਦਸੰਬਰ 1923 ਦੇ ਐਡੀਸ਼ਨ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਸੀ। ਤੋ ਆਪਣੇ ਇਸ ਇਨਕਲਾਬੀ ਪ੍ਰੋਗਰਾਮ ਨੂੰ ਸਿਰੇ ਚਾੜਨ ਦੇ ਲਈ ਬੱਬਰਾਂ ਨੇ ਕੁਝ ਫੌਜਾਂ, ਕੁਝ ਰਿਆਸਤਾਂ ਵਿੱਚੋਂ, ਕੁਝ ਸਰਹੱਦਾਂ ਵਿੱਚੋਂ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਹਕੂਮਤ ਨੂੰ ਪਲਟਾਉਣ ਲਈ ਜਾਂ ਉਹਨਾਂ ਦੇ ਝੋਲੀ ਚੁੱਕਾਂ ਨੂੰ ਸੋਧਣ ਦਾ ਕੰਮ ਜਿਹੜਾ ਸੀ ਉਹ ਸ਼ੁਰੂ ਕਰਤਾ। ਇਹਨਾਂ ਦੀ ਇੱਕ ਲਾਈਨ ਆਉਂਦੀ ਸੀ, ਝੋਲੀ ਚੁੱਕ ਨਹੀਂ ਛੱਡਣੇ, ਕਰਨਾ ਜ਼ੁਲਮ ਦਾ ਸੁਧਾਰ। ਇਹ ਆਮ ਇਹਨਾਂ ਦੀ ਬੋਲੀ ਸੀ ਨਾ, ਝੋਲੀ ਚੁੱਕ ਨਹੀਂ ਛੱਡਣੇ, ਕਰਨਾ ਜਲਦ ਸੁਧਾਰ। ਮੈਂ ਮਾਫੀ ਮੰਗ ਰਿਹਾ ਜੀ, ਝੋਲੀ ਚੁੱਕ ਨਹੀਂ ਛੱਡਣੇ, ਕਰਨਾ ਜਲਦ ਸੁਧਾਰ। ਇਹਨਾਂ ਨੇ ਇੱਕ ਪੱਕਾ ਆਪਣਾ ਲੋਗੋ ਜਿਹਾ ਬਣਾਇਆ ਹੋਇਆ ਸੀ ਵੀ ਅਸੀਂ ਝੋਲੀ ਚੁੱਕ ਨਹੀਂ ਰਹਿਣ ਦੇਣੇ ਤੇ ਸੁਧਾਰ ਕਰਨਾ। ਇਹ ਨਾਰਾ ਇਹਨਾਂ ਨੇ, ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ, ਨਾਰਾ ਆਪਣਾ ਦਿੱਤਾ ਹੋਇਆ ਸੀ। ਅਗਸਤ 1922 ਨੂੰ ਬੱਬਰ ਲਹਿਰ ਜਿਹੜੀ ਸੀ ਸ਼ੁਰੂ ਹੋ ਗਈ। ਲੋਕਾਂ 'ਚ ਚਰਚਾ ਚੱਲ ਪਈ ਕਿ ਦੁਆਬੇ ਦੇ ਪਿੰਡਾਂ ਵਿੱਚ ਝੋਲੀ ਚੁੱਕਾਂ ਨੂੰ ਮਾਰਨ ਲਈ ਹਥਿਆਰਬੰਦ ਆਦਮੀ ਫਿਰਦੇ ਹਨ। ਸਤੰਬਰ ਅਕਤੂਬਰ ਵਿੱਚ ਬੱਬਰਾਂ ਨੇ ਇਸ਼ਤਿਹਾਰ ਤੇ ਪੈਫਲੇਟ ਵੰਡੇ 1922 ਦੇ ਵਿੱਚ। ਇਸ ਨਾਲ ਸਰਕਾਰੀ ਆਦਮੀ ਬੜੇ ਘਬਰਾ ਗਏ। ਬੱਬਰਾਂ ਨੇ ਬਿਸ਼ਨ ਸਿੰਘ ਜੈਲਦਾਰ ਰਾਣੀਪੁਰ ਵੈਸੇ ਡਿਸਟ੍ਰਿਕਟ ਕਪੂਰਥਲੇ ਦੇ ਵਿੱਚ ਪੈਂਦਾ ਹੈ, ਔਰ ਜਲੰਧਰ ਤੋਂ ਤਕਰੀਬਨ 20-22 ਆਖਰੀ ਪਿੰਡ ਹੈ ਉੱਥੇ ਰਾਣੀਪੁਰ, ਜਿਹੜਾ ਬੱਬਰਾਂ ਦਾ ਪਿੰਡ ਕਿਹਾ ਜਾਂਦਾ ਹੈ ਖਾਸ ਤੌਰ ਤੇ ਰਾਣੀਪੁਰ, ਜਿੱਥੇ ਮੈਨੂੰ ਵੀ ਜਾਣ ਦਾ ਸਮਾਂ ਮਿਲਿਆ। ਇਹ ਰਾਣੀਪੁਰ ਪਿੰਡ ਵੈਸੇ ਕਪੂਰਥਲਾ ਡਿਸਟ੍ਰਿਕਟ 'ਚ ਪੈਂਦਾ, ਲੇਕਿਨ ਪੈਂਦਾ ਫਗਵਾੜੇ ਤੇ ਜਲੰਧਰ ਦੇ ਬਾਰਡਰ ਦੇ ਉੱਤੇ ਇਹ ਪਿੰਡ ਹੈ, ਜਾਂ ਇਹ ਕਹਿ ਲਈਏ ਆਖਰੀ ਪਿੰਡ ਉਧਰੋਂ ਜਲੰਧਰ ਦੇ ਨਾਲ ਲੱਗਦਾ, ਫਗਵਾੜੇ ਦੇ ਵਿੱਚ ਜ਼ਿਲ੍ਹਾ ਕਪੂਰਥਲੇ 'ਚ ਪੈਂਦਾ ਹੈ। ਇਹਨਾਂ ਨੇ ਇਹ ਕਹਿ ਲਈ ਸਰ ਬੱਬਰਾਂ ਨੇ ਬਿਸ਼ਨ ਸਿੰਘ ਜੈਲਦਾਰ, ਜੋ ਰਾਣੀਪੁਰ ਦਾ ਰਹਿਣ ਵਾਲਾ ਸੀ, ਉਹਨੂੰ, ਤੇ ਬੂਟਾ ਸਿੰਘ ਨੰਬਰਦਾਰ, ਇੱਕ ਨੰਗਲ ਸ਼ਾਮਾ ਜੋ ਜਲੰਧਰ ਦੇ ਬਿਲਕੁਲ ਨਾਲ ਪਿੰਡ ਹੈ, ਤੇ ਨੰਗਲ ਸ਼ਾਮਾ, ਦਿੱਤੂ ਦੀਵਾਨ ਮੁਖਬਰਾਂ ਨੂੰ, ਝੋਲੀ ਚੁੱਕਾਂ ਨੂੰ ਪਾਰ ਬੁਲਾ ਦਿੱਤਾ। ਇਸ ਤਰ੍ਹਾਂ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀ ਦਹਿਸ਼ਤ ਜਿਹੜੀ ਸੀ ਉਹ ਫੈਲਣੀ ਸ਼ੁਰੂ ਹੋ ਗਈ। ਬੱਬਰਾਂ ਨੇ ਪਿੰਡ ਸੂੜ ਦੇ ਝੋਲੀ ਚੁੱਕਾਂ ਨੂੰ ਸੋਧਣ ਤੇ ਹਮਲਾ ਕੀਤਾ, ਪਰ ਉਹ ਕਾਮਯਾਬ ਨਹੀਂ ਹੋਏ। ਕੌਲਗੜ੍ਹ ਦੇ ਮੁਖਬਰਾਂ ਨੂੰ ਸੋਧਣ ਦਾ ਯਤਨ ਕੀਤਾ। ਇਸ ਹਮਲੇ ਵਿੱਚ ਬੱਬਰਾਂ ਨੂੰ ਸਫਲਤਾ ਮਿਲ ਗਈ। ਇੱਥੋਂ ਦੇ ਹਰਨਾਮ ਸਿੰਘ, ਜਿਹੜਾ ਸਫੈਦਪੁਸ਼ ਝੋਲੀ ਚੁੱਕ ਸੀ, ਅੰਗਰੇਜ਼ ਸਰਕਾਰ ਦਾ ਪਿੱਠੂ ਸੀ, ਉਹ ਮਾਰਿਆ ਗਿਆ। ਮਿਸਟਰ CW ਜੈਕਬ ਡਿਪਟੀ ਕਮਿਸ਼ਨਰ ਜਲੰਧਰ ਨੇ S ਮੋਂਗਰ ਡਿਪਟੀ ਇੰਸਪੈਕਟਰ ਜਨਰਲ ਖੂਫੀਆ ਪੁਲਿਸ ਪੰਜਾਬ ਨੂੰ ਲਿਖਿਆ ਕਿ ਬੱਬਰਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇ, ਨਹੀਂ ਤਾਂ ਜ਼ਿਲ੍ਹੇ ਵਿੱਚ ਬਦਨਾਮੀ ਦਾ ਬਦਅਮਨੀ ਦਾ ਡਰ ਹੋਏਗਾ।
भी ਵੱਧ ਆਪਣੀ डर होएगी और सरकार की बदनामी होएगी, अंग्रेज सरकार की, और शांति जिहड़ी है वो भंग होएगी। डिप्टी कमिश्नर की शिकायत ते सरकार ने मीर अफजल इमाम नूं बब्बरां की गिरफ्तारी के लिए नियत किया। सूबेदार गेंदा सिंह मानको भोगपुर के कोल पिंड पैंदा, घड़ियाल भी उत्थे ही पैंदा, उसके लड़के ने बब्बरां नूं फड़ाउण लई मुखबरी की। उन्होंने मुखबर हमेशा होंदे ने, कौम के गदार कौम दे विच हमेशा ही रहणगे। 1984 तो बाद दीयां मूवमेंटां भी खत्म ना होंदियां जे साडे ही गदार कदी अपने ही वीरां दीयां सूहां ना दिंदे, जिन्हां दे बारे खबरां ना दिंदे, और उही टाउट बन के पुलिस दे उन्होंने अपने ही वीरां दा लहू पी लिया। ये हमेशा चलदियां रहिंदियां ने, ये सरकारां दे हत्थ लंबे हुंदे ने और सरकारां ये वसीला अपनाउंदियां ही ने। हुण पिंड बबेली जिला कपूरथला की घटना आउंदी है 1 सितंबर 1922 नूं। डिप्टी कमिश्नर नूं जलंधर नूं एक खबर मिलती है कि बब्बरां की एक पार्टी पिंड बबेली जिला कपूरथला सरदार शिव सिंह के घर उत्थे छुपी हुई है, या बब्बर उत्थे इकट्ठे हुए हैं। इस ते डीसी ने बब्बर नूं फड़न लई एक दस्ता जिहड़ा पुलिस का भेजिया, जिहदे विच मिस्टर स्मिथ, एक ASP उत्थे भेज दिता। खां बहादुर मियाँ अब्दुल अजीज पंजाब पुलिस के दीवान बहादुर दुर्गा दास इंस्पैक्टर जनरल रिजर्व कपूरथला भी उत्थे जिला कपूरथला भी उत्थे पहुँच गए। पुलिस ने बब्बरां नूं घेर पा लिया ते बब्बर भी अगों तैयार सन। इसलिए पुलिस के उन्होंने विचकार फिर लड़ाई शुरू हो गई। दोवां पासियां तो गोलियां चलियां। बब्बरां ने बड़ा ठुक के पुलिस के मुकाबला किया, फौज का मुकाबला किया। इस लड़ाई में भाई करम सिंह दौलतपुर, सरदार उदय सिंह रामगढ़, सरदार बिशन सिंह जी मांगट, सर महेंद्र सिंह ते गहुर बब्बर जिहड़े सी शहीद हो गए। सर उदय सिंह पास एक पक्की बंदूक सी, वो आखिरी दम तक मुकाबला करते रहे। इस घटना का पुलिस के इलाके ते बहुत डूंगा असर पिया। सरदार शिव सिंह जी पिंड बबेली नूं पुलिस ने बब्बरां की सहायता करने के दोष में गिरफ्तार कर लिया, जिन्हां दे घर च मीटिंग हो रही सी ते उन्हां दे होर लोग भी जिहड़े सन उन्हां दे उत्ते जेलां दे सुट के बड़ी सख्ती की, मार कटाई भी की गई। इस घटना के पिछों बब्बरां ने फिर सूबेदार जिन्हें शिकायत की थी गेंदा सिंह मानको नूं उहदा मर्डर करता, उन्होंने सोधा ला दिता, उहदा कतल करता, जिन्हें बब्बरां की शिकायत उत्थे पहुँचाई सी। नवंबर 1922 नूं बब्बर लहर के काबू पाउण लई डिप्टी कमिश्नर जलंधर, DIG जलंधर, डिप्टी कमिश्नर हुशियारपुर ते कई अफसरां की एक कानफ्रेंस हुंदी है। कुछ फैसला किया गया कि इस लहर नूं खत्म करने लई पुलिस का एक खास अमला नियत किया जाए, भाव एक वक्री जिहड़ा है वो पुलिस फोर्स बनाई जाए। जिवें हुण भी तुसीं देखोगे बहुत सारिया फोर्स ऐसियां बनिया हुई ने जिहड़ियां एक्सट्रीमिस्ट का नाम दे के लोगों का मर्डर किया जाता है, जां कह लीए कि जिहड़े भी हक की आवाज़ उठाउंदे ने जां जिहड़े थोड़ा जिहा भी किसी आलोचना विच पैंदे ने उन्हां नूं खत्म करने लई वक्री फोर्स जी टास्क फोर्स भी कह सकते हैं, होर फोर्स भी जिहड़ियां हन वो बनदियां रहिंदियां हन समय के मुताबिक ला। तो फौज की मदद भी कहते लोड़ पैन ते लै ली जाए। उन्होंने ये भी फैसला कर लिया। बब्बरां दी गिरफ्तारियां लई इनाम रखे गए हुण भाई किशन सिंह जी गड़गज ते भाई करम सिंह चिंगड़, सरदार दलीप सिंह जी दलीप सिंह की गिरफ्तारी लई तां विशेष इनाम रख दिते गए। पर बब्बर लहर नहीं रुकी। ये इनामां दा जिहड़ा जिक्र डिप्टी कमिश्नर जलंधर की गवाही है जिहड़ी बब्बर केस के विचों उन्होंने पेश की, उहदे विच उन्होंने दस्सिया भी इदां इनाम इन्हां दे रखे गए सी जदों अदालती च मुकदमे चले। सरकार ने फौज ते पुलिस की राही पिंडां ते फिर सख्ती शुरू कर दी। जिहदे घर ठहरने पनाह देण दे दोष विच वो भी अंदर, उन्हां दी जायदादां कुरक, जमीनां कुरक, जिस ते भी बब्बर होण दा शक पिया उहनूं फड़ लिया। जिस पिंड जां खूह ते बब्बरां ने डेरा कीता उत्थे पुज के पुलिस ने उत्थे भी तशद्दद ते सख्ती शुरू करती। हुण अगला मुकाबला पिंड मंढेर का हुंदा है जो 12 दिसंबर 1922 नूं
ਖਾਨ ਬਹਾਦਰ ਅਬਦੁਲ ਅਜ਼ੀਜ਼ ਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਜਦੋਂ ਪਤਾ ਲੱਗਦਾ ਹੈ ਕਿ ਬੱਬਰ ਪਿੰਡ ਮੰਡੇਰ ਦੇ ਵਿੱਚ ਇਕੱਠੇ ਹੋਏ ਹੋਏ ਹਨ। ਇਸ ਤੇ ਪੁਲਿਸ ਨੇ ਉੱਥੇ ਪਹੁੰਚ ਗਈ। ਜਲੰਧਰ ਛਾਉਣੀ ਤੋਂ ਜਨਰਲ ਫਿਟਸ ਦੀ ਕਮਾਨ ਦੇ ਥੱਲੇ ਉੱਥੇ ਫੌਜ ਜਿਹੜੀ ਵੀ ਨਾਲ ਸੱਦ ਲਈ ਗਈ। ਜਨਰਲ ਫਿਟਸ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਦੱਸਿਆ ਕਿ ਬੱਬਰ ਇੱਕ ਘਰ ਵਿੱਚ ਇੱਕ ਮਕਾਨ ਵਿੱਚ ਹਨ। ਜਦ ਅਫਸਰ ਤੇ ਪੁਲਿਸ ਵਾਲੇ ਉਸ ਮਕਾਨ ਵੱਲ ਵਧੇ ਤਾਂ ਬੱਬਰਾਂ ਨੇ ਅੱਗੋਂ ਗੋਲੀਆਂ ਚਲਾਈਆਂ। ਇੱਕ ਤਰਖਾਨ ਸੀ ਉੱਥੇ, ਉਹਨੇ ਪੁਲਿਸ ਨੂੰ ਦੱਸਿਆ ਕਿ ਬੱਬਰ ਉਸਦੇ ਮਕਾਨ ਵਿੱਚ ਹਨ। ਉਹਨੇ ਜਿਹੜੀ ਸੂਚਨਾ ਉਹਨੇ ਦਿੱਤੀ ਵੀ ਬੱਬਰ ਮੇਰੇ ਮਕਾਨ 'ਚ ਰਹਿੰਦੇ ਹਨ। ਪੁਲਿਸ ਤੇ ਅਫਸਰਾਂ ਨੇ ਸਾਰੇ ਪਿੰਡ ਦੇ ਲੋਕਾਂ ਨੂੰ ਫਿਰ ਬਾਹਰ ਕੱਢ ਲਿਆ ਤੇ ਬੱਬਰਾਂ ਦੇ ਉੱਤੇ ਫਾਇਰਿੰਗ ਜਿਹੜੀ ਸੀ ਉਹ ਸ਼ੁਰੂ ਕਰਤੀ। ਪਰ ਉਹ ਬੱਬਰ ਲਗਾਤਾਰ ਮੁਕਾਬਲਾ ਕਰਦੇ ਰਹੇ, ਸਤਿ ਸ੍ਰੀ ਅਕਾਲ ਦੇ ਜਕਾਰੇ ਅੰਦਰੋਂ ਗਜਾਉਂਦੇ ਰਹੇ। ਜਦ ਪੁਲਿਸ ਦੀ ਕੋਈ ਫੇਸ਼ ਨਾ ਗਈ ਤਾਂ ਫੌਜ ਨੇ ਪਿੰਡ ਨੂੰ ਘੇਰ ਲਿਆ। ਜਿਸ ਚੁਬਾਰੇ 'ਚ ਬੱਬਰ ਮੋਰਚਾ ਲਾਈ ਬੈਠੇ ਸਨ, ਉੱਥੇ ਮਸ਼ੀਨ ਗਨਾਂ ਦੇ ਨਾਲ ਫਾਇਰ ਜਿਹੜੇ ਸੀ ਸ਼ੁਰੂ ਹੋ ਗਏ, ਪਰ ਬੱਬਰ ਫਿਰ ਵੀ ਉਹਨਾਂ ਦਾ ਮੁਕਾਬਲਾ ਕਰਦੇ ਰਹੇ। ਅਖੀਰ ਅਫਸਰਾਂ ਨੇ ਮਕਾਨ ਨੂੰ ਅੱਗ ਲਾਉਣ ਦੀ ਸਲਾਹ ਕੀਤੀ। ਪੈਟਰੋਲ ਤੇ ਮਿੱਟੀ ਦਾ ਤੇਲ ਪਾ ਕੇ ਉਸ ਮਕਾਨ ਨੂੰ ਅੱਗ ਲਾ ਦਿੱਤੀ ਗਈ। ਇਸ ਤਰ੍ਹਾਂ ਭਾਈ ਨੱਥਾ ਸਿੰਘ ਜੀ, ਭਾਈ ਜਵਾਲਾ ਸਿੰਘ ਜੀ, ਭਾਈ ਬੰਤਾ ਸਿੰਘ ਜੀ ਧਾਮੀਆਂ, ਇਹ ਸਾਰੇ ਸ਼ਹੀਦ ਹੋ ਗਏ। ਇਹਨਾਂ ਵਿੱਚੋਂ ਭਾਈ ਵਰਿਆਮ ਸਿੰਘ ਬੱਬਰ ਵਰਦੀਆਂ ਹੋਈਆਂ ਗੋਲੀਆਂ ਦੀ ਅੱਗ ਵਿੱਚੋਂ ਵੀ ਬਚ ਕੇ ਨਿਕਲ ਗਏ। ਜਾਂਦੀ ਵਾਰ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਵੀ ਕੀਤੀ। ਇਹ ਵੀ ਜਿਹੜੀ ਬੱਬਰਾਂ ਦਾ ਕੇਸ ਚੱਲਦਾ ਹੈ, ਉਹਦੇ 30 ਜਨਵਰੀ 1924 ਨੂੰ ਡਿਪਟੀ ਜਲੰਧਰ ਦੀ ਗਵਾਹੀ ਦੇ ਵਿੱਚ ਬੱਬਰ ਕੇਸ ਦੇ ਵਿੱਚ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਐਲਾਨ ਕਰ ਦਿੱਤਾ। ਨਵੰਬਰ 1922 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਜਾਰੀ ਕੀਤੇ, ਜਿਨ੍ਹਾਂ ਵਿੱਚ ਸਿੱਖ ਜਨਤਾ ਨੂੰ ਖਾਸ ਕਰਕੇ ਅਕਾਲੀ ਜਥਿਆਂ ਨੂੰ ਤਕੀਦ ਕੀਤੀ ਗਈ ਕਿ ਉਹ ਸ਼ਾਂਤਮਈ ਰਹਿਣ ਤੇ ਸ਼ਾਂਤੀ ਕਾਇਮ ਰੱਖਣ। ਇਹਨਾਂ ਐਲਾਨਾਂ ਵਿੱਚ ਜੋ ਬੱਬਰਾਂ ਵੱਲੋਂ ਕੀਤੇ ਹੋਏ ਕੰਮਾਂ ਦੀ ਨਿਖੇਧੀ ਵੀ ਕੀਤੀ ਗਈ। ਦੋਹਾਂ ਜਥੇਬੰਦੀਆਂ ਦੀ ਪਾਲਿਸੀ ਇਹਨਾਂ ਲਈ ਸ਼ਾਂਤਮਈ ਦੀ, ਕਿਉਂਕਿ ਇਹਨਾਂ ਦੀ ਪਾਲਿਸੀ ਜਿਹੜੀ ਸੀ ਸ਼੍ਰੋਮਣੀ ਕਮੇਟੀ ਤੇ ਇਹਨਾਂ ਦੀ ਪਾਲਿਸੀ ਸ਼ਾਂਤਮਈ ਰਹਿੰਦੀ ਸੀ। ਫਰਵਰੀ ਤੇ ਮਾਰਚ 1923 ਵਿੱਚ ਬੱਬਰਾਂ ਨੇ ਫਿਰ ਕਈ ਝੋਲੀ ਝੁੱਕ ਜਿਹੜੇ ਸੀ ਉਹ ਸੋਧ ਦਿੱਤੇ ਤੇ ਲੋਕੀ ਜਿਹੜੇ ਸੀ ਥਰ ਥਰ ਕੰਬਣ ਲੱਗ ਪਏ। ਸ਼੍ਰੋਮਣੀ ਕਮੇਟੀ ਨੇ ਇੱਕ ਐਲਾਨ 24 ਅਪ੍ਰੈਲ 1923 ਨੂੰ ਕੀਤਾ, ਜਿਹੜਾ ਮਤਾ ਨੰਬਰ 494 ਹੈ। ਉਹਦਾ ਜੋ ਕੁਛ ਵਾਰਤਕ ਹੈ ਉਹ ਵੀ ਮੈਂ ਸਾਂਝੀ ਕਰਨਾ ਜ਼ਰੂਰੀ ਸਮਝਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਨਾਲ ਪਿਛਲੇ ਨਵੰਬਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀ ਸਿੱਖ ਜਨਤਾ ਤੇ ਅਕਾਲੀ ਜਥਿਆਂ ਲਈ ਖਾਸ ਕਰਕੇ ਐਲਾਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਬੱਬਰ ਅਕਾਲੀਆਂ ਵੱਲੋਂ ਇੱਕ ਵੰਡੀ ਗਈ ਬੱਬਰ ਅਕਾਲੀ ਨਾਮ ਦੁਵਰਕੀ ਦਾ ਜ਼ਿਕਰ ਸੀ, ਜਿਸ ਵਿੱਚ ਦੁਵਰਕੀ ਮਤਲਬ 2 ਪੇਜ ਦੀ, ਦੁਵਰਕੀ ਦਾ ਮਤਲਬ 2 ਪੇਜ ਹੁੰਦਾ ਜ਼ਿਕਰ ਸੀ, ਜਿਸ ਵਿੱਚ ਕਿ ਕੌਮੀ ਤੇ ਪੰਥਕ ਮਸਲਿਆਂ ਨੂੰ ਹੱਲ ਕਰਨ ਲਈ ਤਸ਼ੱਦਦ ਦਾ ਪ੍ਰਚਾਰ ਕੀਤਾ ਗਿਆ। ਉਪਰੰਤ ਇਹਨਾਂ ਐਲਾਨਾਂ ਨੇ ਬਹੁਤ ਤਬਾਹੀ ਕੀਤੀ ਗਈ। ਗੁਰਦੁਆਰਾ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸਿੱਖਾਂ ਨੇ ਜੋ ਆਦਰਸ਼ਕ ਸ਼ਾਂਤਮਈ ਦਾ ਨਮੂਨਾ ਪੇਸ਼ ਕੀਤਾ ਹੈ, ਉਸ ਤੋਂ ਕਮੇਟੀ ਨੂੰ ਨਿਸ਼ਚਾ ਹੋ ਗਿਆ ਹੈ ਕਿ ਜਾਗੇ ਹੋਏ ਸਿੱਖ ਦਿਲਾਂ ਵਿੱਚ ਤਸ਼ੱਦਦ ਦਾ ਬੀਜ ਕਦੀ ਨਹੀਂ ਬੀਜਿਆ ਜਾ ਸਕਦਾ। ਭਾਵੇਂ ਕਿਸੇ ਦੂਸ਼ਣ ਨੂੰ ਬਾਰ-ਬਾਰ ਦੁਹਰਾਇਆ ਜਾਵੇ, ਪਰ ਸੱਚਾਈ ਛੁਪ ਨਹੀਂ ਸਕਦੀ। ਪਰ ਜਿਸ ਥਾਂ ਕਈ ਉਲਝਣਾ ਹੋਣ, ਉੱਥੇ ਕੇਵਲ ਸੁਚੇਤ ਰਹਿਣਾ ਹੀ ਕਾਫੀ ਨਹੀਂ। ਬੱਬਰ ਅਕਾਲੀ ਨਾਮੀ 2 ਪੇਜ ਦਾ ਦੁਵਰਕੀ ਜਿਹੜੇ ਹਨ, ਕਿਸੇ ਕਿਸਮ ਦਾ ਹੋਰ ਸ਼ਹਿਦ ਵੰਡਣ ਤੇ ਸ਼੍ਰੋਮਣੀ ਕਮੇਟੀ ਜ਼ਰੂਰੀ ਸਮਝਦੀ ਹੈ ਕਿ ਇੱਕ ਵਾਰ ਜਨਤਾ ਨੂੰ ਫਿਰ ਖਬਰਦਾਰ ਕਰ ਦਿੱਤਾ ਜਾਵੇ। ਇਹੋ ਜਿਹਾ ਸ਼ਹਿਦ 2 ਕਾਰਨਾਂ ਕਰਕੇ ਵੰਡਿਆ ਹੋ ਸਕਦਾ ਹੈ। ਇੱਕ ਤਾਂ ਇਹ ਕਿ ਕੁਝ ਖਾਸ ਆਦਮੀ ਮਾੜੇ ਇਰਾਦੇ ਤੇ ਮੰਦੀਆਂ ਭਾਵਨਾ ਨਾਲ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਤਸ਼ੱਦਦ ਦਾ ਪ੍ਰਚਾਰ ਕਰਦੇ ਹੋਣ, ਜਾਂ ਜੋ ਉਹਨਾਂ ਲਈ ਤਬਾਹੀ ਦਾ ਕਾਰਨ ਬਣ ਗਿਆ ਹੋਵੇ। ਅਜਿਹੇ ਲੋਕਾਂ ਨੂੰ ਗੁਰਦੁਆਰਾ ਗੁਰੂ ਕੇ ਬਾਗ ਦੀ ਸ਼ਾਂਤਮਈ ਅੰਦੋਲਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇੱਕੋ ਹੀ ਸਿੱਧੀ ਗੱਲ ਹੈ ਕਿ ਉਹ ਇਹਨਾਂ ਲੋਕਾਂ ਦੀ ਨਿਖੇਧੀ ਕਰਦੀ ਹੈ। ਦੂਜੀ ਗੱਲ ਇਹ ਹੈ, ਹੋ ਸਕਦੀ ਹੈ ਕਿ ਕੁਝ ਸੰਜੀਦਾ ਆਦਮੀਆਂ ਨੇ ਆਪਣੇ ਭਰਾਵਾਂ ਤੇ ਲਗਾਤਾਰ ਜ਼ੁਲਮ ਹੁੰਦਾ ਦੇਖ ਕੇ, ਜਿਹੜਾ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲੇ ਦਾ ਚੱਲਿਆ ਆਉਂਦਾ ਸੀ, ਤੇ ਖਾਸ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਗ੍ਰਿਫਤਾਰੀਆਂ ਦੇ ਸਮੇਂ ਮਾਰ ਕੁਟਾਈ ਹੋਈ, ਅਟਕ ਜੇਲ੍ਹ ਵਿੱਚ ਸਿੱਖ ਕੈਦੀਆਂ ਨੂੰ ਬੜੀ ਨਿਰਦਈ ਢੰਗ ਨਾਲ ਤਸੀਹੇ ਦਿੱਤੇ ਗਏ,
ਤੇ ਉਹਨਾਂ ਦੀ ਧਾਰਮਿਕ ਨਰਾਦਰੀ ਤੇ ਉਹਨਾਂ ਦੇ ਕਕਾਰਾਂ ਦੀ ਬੇਦਬੀ ਵੀ ਕੀਤੀ ਗਈ। ਬੱਬਰਾਂ ਨੇ ਹੋ ਸਕਦਾ ਹੈ ਤਸ਼ੱਦਦ ਕਰਨ ਦਾ ਜਿਹੜਾ ਰਾਹ ਹੈ ਉਹ ਚੁਣਿਆ ਹੋਵੇ। ਉਹਨਾਂ ਨੇ ਅੱਗੇ ਜਾ ਕੇ ਲਿਖਦੇ ਨੇ, ਤੇ ਸ਼੍ਰੋਮਣੀ ਕਮੇਟੀ ਨੇ ਉਸ ਮਤੇ 'ਚ ਲਿਖਿਆ ਵੀ ਹੋ ਸਕਦਾ ਬੱਬਰਾਂ ਨੇ ਇਹ ਦੇਖ ਕੇ ਚੁਣਿਆ ਹੋਵੇ। ਜੇ ਅਜੇ ਚੰਗੇ ਤੇ ਸੁੱਚੇ ਆਦਮੀਆਂ ਨੇ ਜਿਨ੍ਹਾਂ ਦਾ ਸਬਰ ਦਾ ਪੈਦਾ ਭਰ ਚੁੱਕਾ ਸੀ ਕੁਝ ਕੀਤਾ ਹੈ ਤਾਂ ਸ਼੍ਰੋਮਣੀ ਕਮੇਟੀ ਉਹਨਾਂ ਨਾਲ ਹਮਦਰਦੀ ਰੱਖਦੀ ਹੈ। ਇਹ ਗੱਲ ਉਹਨਾਂ ਪ੍ਰਤੀ ਸਪਸ਼ਟ ਕਰਦੀ ਹੈ ਕਿ ਜਦੋਂ ਮੁਸੀਬਤਾਂ ਅਸਹਿ ਹੋ ਜਾਣ ਤਾਂ ਉਹਨਾਂ ਨੂੰ ਸਬਰ ਨਾਲ ਸਹਿਣਾ ਵੱਡੀ ਗੱਲ ਹੈ, ਪਰ ਹਥਿਆਰ ਚੁੱਕਣ ਦੀ ਹਾਮੀ ਨਹੀਂ ਭਰਦੀ। ਸੋ ਪੰਥ ਦਾ ਸਮੁੱਚਾ ਫੈਸਲਾ ਹੈ ਕਿ ਇਸ ਵਕਤ ਮਨ ਬਚਨ ਕਰਮ ਕਰਕੇ ਗੁਪਤ ਤੇ ਪ੍ਰਗਟ ਸ਼ਾਂਤਮਈ ਰਿਹਾ ਜਾਵੇ। ਸ਼੍ਰੋਮਣੀ ਕਮੇਟੀ ਬੜੇ ਜ਼ੋਰ ਤੇ ਪ੍ਰੇਮ ਨਾਲ ਆਪਣੇ ਭੁੱਲੜ ਭਰਾਵਾਂ ਪਾਸ ਬੇਨਤੀ ਕਰਦੀ ਹੈ ਕਿ ਉਹ ਸਬਰ ਤੇ ਸ਼ਾਂਤਮਈ ਨੂੰ ਦ੍ਰਿੜਤਾ ਨਾਲ ਧਾਰਨ ਕਰਨ, ਜਿਹੜੇ ਕਿ ਖਾਲਸੇ ਦੀਆਂ ਰਵਾਇਤਾਂ ਵਿੱਚ ਹੈ। ਤਾਂ ਇਹ ਉਹਨਾਂ ਨੇ ਇਹ ਸ਼੍ਰੋਮਣੀ ਕਮੇਟੀ ਨੇ ਇੱਕ ਮਤਾ ਪਾਸ ਕੀਤਾ। ਇਹ ਮੈਂ ਫਿਰ ਕਹਿੰਦਾ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੇ ਹਥਿਆਰਬੰਦ ਸੰਘਰਸ਼ ਜਦੋਂ ਵੀ ਸ਼ੁਰੂ ਹੁੰਦਾ ਹੈ ਤੇ ਸ਼ਾਂਤਮਈ ਰਹਿਣ ਵਾਲੇ ਲੋਕ, ਇਹ ਬੁਜ਼ਦਿਲ ਕਮਜ਼ੋਰ ਦਿਲ ਦੇ ਜਿਹੜੇ ਹੁੰਦੇ ਹਨ ਜਾਂ ਜਿਹੜੇ ਸ਼ਾਂਤੀ ਦਾ ਪ੍ਰਚਾਰ ਕਰਨ ਵਾਲੇ ਹੁੰਦੇ ਹਨ, ਇਹ ਕਿਸੇ ਨਾ ਕਿਸੇ ਢੰਗ ਨਾਲ ਉਸ ਸੰਘਰਸ਼ ਨੂੰ ਖਤਮ ਕਰਨ ਵਾਲੇ ਪਾਸੇ ਤੁਰਦੇ ਹਨ ਵੀ ਉਹ ਸੰਘਰਸ਼ ਕਾਮਯਾਬ ਨਾ ਹੋਵੇ। ਕਿਸੇ ਨਾ ਕਿਸੇ ਢੰਗ ਨਾਲ ਉਧਰ ਨੂੰ ਤੁਰ ਪੈਂਦੇ ਹਨ। ਇਹੋ ਹੀ ਰਸਤਾ ਜਿਹੜਾ ਸੀ ਉਸ ਵੇਲੇ ਪੰਥ ਦੇ ਜਾਂ ਲੀਡਰਾਂ ਨੇ ਅਪਣਾਇਆ। ਖੈਰ, ਵੱਖਰਾ ਵਿਸ਼ਾ ਹੈ। ਅਸੀਂ ਬੱਬਰ ਅਕਾਲੀ ਦੀ ਗੱਲ ਅੱਗੇ ਕਰਦੇ ਹਾਂ। ਇੱਕ ਭਾਈ ਧੰਨਾ ਸਿੰਘ ਜੀ ਦੀ ਬਹਾਦਰੀ ਦਾ ਕਾਰਨਾਮਾ ਬੜਾ ਕਮਾਲ ਦਾ ਹੈ। 25 ਅਕਤੂਬਰ 1923 ਨੂੰ ਇੱਕ ਜਵਾਲਾ ਸਿੰਘ ਮੁਖਬਰ, ਜਿਹੜਾ ਏਜੰਟ ਜਿਹਨੂੰ ਕਹਿ ਲਈਏ ਮੁਖਬਰੀ ਕਰਨ ਵਾਲਾ, ਉਹਨੇ ਪੁਲਿਸ ਨੂੰ ਇੱਕ ਖਬਰ ਦਿੱਤੀ ਕਿ ਭਾਈ ਧੰਨਾ ਸਿੰਘ ਬੱਬਰ ਬਹਿਵਲਪੁਰ ਦਾ ਜੋ ਰਹਿਣ ਵਾਲਾ ਪਿੰਡ ਮੰਨਣ ਹੁਸ਼ਿਆਰਪੁਰ ਦੇ ਵਿੱਚ ਜਾ ਕੇ ਬੈਠਾ ਹੋਇਆ, ਉੱਥੇ ਆਇਆ ਹੋਇਆ। ਪੁਲਿਸ ਨੇ ਜਾ ਕੇ ਘੇਰ ਲਿਆ। ਹੁਣ ਭਾਈ ਧੰਨਾ ਸਿੰਘ ਬਹਾਦਰ ਸੂਰਮੇ ਨੇ ਡਟ ਕੇ ਪੁਲਿਸ ਦਾ ਟਾਕਰਾ ਕੀਤਾ। ਭਾਈ ਧੰਨਾ ਸਿੰਘ ਦੀ ਕੱਛ ਦੇ ਵਿੱਚ ਬੰਬ ਸੀ। ਜਦ ਪੁਲਿਸ ਨੂੰ ਫੜਨ ਲੱਗੀ ਤਾਂ ਉਸਨੇ ਉਹ ਬੰਬ ਚਲਾ ਦਿੱਤਾ। ਇਸ ਨਾਲ ਇੱਕ ਤਾਂ ਉਹ ਆਪ ਸ਼ਹੀਦ ਹੋ ਗਿਆ ਤੇ ਪੁਲਿਸ ਦੇ 5 ਆਦਮੀ ਤੇ ਇੱਕ ਅੰਗਰੇਜ਼ ਮਿਸਟਰ ਹਾਰਟਨ ਜਿਹੜਾ ਅਫਸਰ ਸੀ ਉਹ ਵੀ ਮਾਰਿਆ ਗਿਆ। ਇਹ ਬਾਅਦ ਧੰਨਾ ਸਿੰਘ ਜੀ ਦੀ ਬਹਾਦਰੀ ਦਾ ਕਾਰਨਾਮਾ ਆਉਂਦਾ ਹੈ। ਭਾਈ ਵਰਿਆਮ ਸਿੰਘ ਦਾ ਵੀ ਪੁਲਿਸ ਨਾਲ ਮੁਕਾਬਲਾ ਹੁੰਦਾ ਹੈ। 21 ਮਈ 1924 ਨੂੰ ਥਾਣਾ ਠੀਕਰੀ ਵਾਲਾ ਜ਼ਿਲ੍ਹਾ ਲਾਇਲਪੁਰ ਦੀ ਪੁਲਿਸ ਨੂੰ ਰਲਾ ਸਿੰਘ ਮਾਨਕੋ ਮੁਖਬਰ ਨੇ ਇਤਲਾਹ ਦਿੱਤੀ ਕਿ ਵਰਿਆਮ ਸਿੰਘ ਬੱਬਰ ਅਕਾਲੀ, ਜੋ ਪਿੰਡ ਮੰਡੇਰ ਦੇ ਸੜਦੇ ਮਕਾਨ ਵਿੱਚੋਂ ਬਚ ਕੇ ਨਿਕਲ ਗਿਆ ਸੀ, ਜਿਹਨੂੰ ਅੱਗ ਲਾਈ ਸੀ, ਜਿਹੜਾ ਪਿੱਛੇ ਮੁਕਾਬਲਾ ਹੋਇਆ ਸੀ, ਆਪਾਂ ਜਿਹਦਾ ਜ਼ਿਕਰ ਕੀਤਾ, ਉਹ ਤੋਂ ਬਚ ਕੇ ਨਿਕਲ ਗਿਆ ਸੀ, ਉਹ ਚੱਕ ਢਪਈ ਸਟੇਸ਼ਨ ਸ਼ਰਸ਼ਮੀਰ ਜ਼ਿਲ੍ਹਾ ਲਾਇਲਪੁਰ ਦੇ ਕੋਲ ਸਰਦਾਰ ਬੂਟਾ ਸਿੰਘ ਦੇ ਬਾਹਰ ਮੁਰੱਬੇ ਦੇ ਵਿੱਚ ਛੁਪਿਆ ਹੋਇਆ ਹੈ। ਇਹ ਖਬਰ ਮਿਲਦਿਆਂ ਹੀ ਇੰਸਪੈਕਟਰ ਗਹਿਣਾ ਸਿੰਘ, ਇੱਕ ਹੈੱਡ ਕਾਂਸਟੇਬਲ ਤੇ 10 ਸਿਪਾਹੀ ਰਫਲਾ ਲੈ ਕੇ, ਬੰਦੂਕਾਂ ਲੈ ਕੇ ਉੱਥੇ ਮੌਕੇ ਤੇ ਪਹੁੰਚ ਗਏ। ਇਹ ਸਵੇਰੇ 8 ਵਜੇ ਸਵੇਰ ਦਾ ਟਾਈਮ ਹੋਏਗਾ। ਜੇ ਉਸ ਵੇਲੇ ਭਾਈ ਵਰਿਆਮ ਸਿੰਘ ਜੀ ਤੋਂ ਉੱਥੇ ਜਦੋਂ ਪਹੁੰਚੇ, ਉਹ ਸੂਰਮੇ ਨੂੰ ਪਤਾ ਲੱਗ ਗਿਆ ਕਿ ਪੁਲਿਸ ਨੇ ਘੇਰਾ ਪਾ ਲਿਆ। ਉਸਨੇ ਕਣਕ ਦੀਆਂ ਭਰੀਆਂ ਵਿੱਚੋਂ ਆਪਣੀ ਬੰਦੂਕ ਜਿਹੜੀ ਹੈ ਉਹ ਕੱਢੀ, ਸਿੱਕਾ ਬਰੂਦ ਭਰਿਆ, ਗੋਲੀਆਂ ਭਰੀਆਂ। ਜਦ ਉਹਨੇ ਬੰਦੂਕ ਪੁਲਿਸ ਵੱਲ ਕੀਤੀ ਤਾਂ ਪੁਲਿਸੀਏ ਉੱਥੇ ਥੱਲੇ, ਜਿਹਨੂੰ ਆੜ ਅਸੀਂ ਕਹਿ ਦਿੰਦੇ ਹਾਂ ਜਾਂ ਖਾਲੀ ਕਹਿ ਦਿੰਦੇ ਹਾਂ, ਜਿਸ ਚੋਂ ਪਾਣੀ ਲੰਘਦਾ, ਉਹਦੇ 'ਚ ਲੰਮੇ ਪੈ ਗਏ, ਖਾਲ ਦੇ ਵਿੱਚ ਲੰਮੇ ਪੈ ਗਏ। ਉਹ ਪੁਲਿਸ ਦੇ ਘੇਰੇ ਚੋਂ ਨਿਕਲ ਗਿਆ। ਮਤਲਬ ਇੱਕ ਬੰਦੂਕ ਚੁੱਕਦੇ ਸਿੰਘ ਦੀ ਬੰਦੂਕ ਦੇ ਅੱਗੇ 10 ਪੁਲਿਸੀਏ 11 ਵੀ ਨਾ ਟਿਕ ਸਕੇ। ਉਸ ਪੁਲਿਸ ਦੇ ਘੇਰੇ ਚੋਂ ਸਾਹਿਬ ਵਰਿਆਮ ਸਿੰਘ ਜੀ ਬਚ ਕੇ ਫਿਰ ਨਿਕਲ ਗਏ। ਪੁਲਿਸ ਨੇ 3-4 ਮੀਲ ਤੱਕ ਫਿਰ ਪਿੱਛਾ ਕੀਤਾ, ਫਿਰ ਕੌਣ ਕਾਬੂ ਆਉਂਦਾ। ਜਦੋਂ ਇੱਕ ਵਾਰੀ ਨਿਕਲ ਜਾਏ ਸ਼ੇਰ ਤਾਂ ਫਿਰ ਕਿੱਥੇ ਲੰਬੜੀਆਂ ਕਿੱਥੋਂ ਖੜ ਸਕਦੀਆਂ ਨੇ, ਕਾਬੂ ਨਹੀਂ ਆਇਆ। ਫਿਰ ਉਹ ਕਾਬੂ ਨਹੀਂ ਆਏ ਤੇ ਸੁਪਰਡੈਂਟ ਪੁਲਿਸ ਨੇ ਕਾਇਰ ਹੋਣ ਤੇ ਦੋਸ਼ ਵਿੱਚ ਗਹਿਣਾ ਸਿੰਘ, ਇੰਸਪੈਕਟਰ ਤੇ ਉਹਦੇ ਸਾਥੀਆਂ ਨੂੰ ਸਸਪੈਂਡ ਕਰਤਾ। ਵਰਿਆਮ ਸਿੰਘ ਦੀ ਗ੍ਰਿਫਤਾਰੀ 3 ਮੁਰੱਬੇ ਨਾਮ ਰੱਖਿਆ ਗਿਆ। 3 ਮੁਰੱਬੇ ਦੇਖੋ ਕਿੰਨੇ ਹੁੰਦੇ ਨੇ ਮੁਰੱਬਾ, ਕਿੰਨੇ ਏਕੜ ਨੂੰ ਇੱਕ ਮੁਰੱਬਾ ਕਹਿੰਦੇ ਆ। ਮੇਰਾ ਖਿਆਲ 25 ਏਕੜ ਦਾ ਇੱਕ ਮੁਰੱਬਾ ਸ਼ਾਇਦ ਕਿਹਾ ਜਾਂਦਾ। 3 ਮੁਰੱਬੇ 75 ਏਕੜ ਜ਼ਮੀਨ ਦਾ ਇਨਾਮ ਜਿਹੜਾ ਸੀ ਰੱਖ ਦਿੱਤਾ ਸਾਹਿਬ ਵਰਿਆਮ ਸਿੰਘ, ਜੋ ਮੇਰੀ ਸੋਚ ਮੁਤਾਬਕ ਮੁਰੱਬਾ ਜਿਹੜਾ 25 ਏਕੜ ਦਾ ਉਸ ਵੇਲੇ ਮੰਨਿਆ ਜਾਂਦਾ ਸੀ ਜਾਂ ਗਿਣਿਆ ਜਾਂਦਾ ਸੀ, ਤਾਂ ਉਹਦਾ ਇਨਾਮ ਜਿਹੜਾ ਸੀ ਰੱਖਿਆ ਗਿਆ।
ਜੂਨ 1924 ਵਿੱਚ ਭਾਈ ਵਰਿਆਮ ਸਿੰਘ ਜੋ ਪਿੰਡ ਧੁੱਗਾ ਹੁਸ਼ਿਆਰਪੁਰ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਜਾਂਦੇ ਨੇ। ਇਹ ਖਬਰ ਜਿਹੜੀ ਹੈ ਅਕਾਲੀ ਅਖਬਾਰ 30 ਮਈ 1924 ਤੇ ਅਕਾਲੀ ਪਰਦੇਸੀ ਅਖਬਾਰ 7 ਜੂਨ 1924 ਦੀ ਅਖਬਾਰ ਵਿੱਚ ਖਬਰ ਜਿਹੜੀ ਹੈ ਛਪੀ ਹੈ। ਬੱਬਰਾਂ ਦਾ ਮੁਕੱਦਮਾ। ਸਰਦਾਰ ਕਰਤਾਰ ਸਿੰਘ ਪਿੰਡ ਪਰਾਗਪੁਰ ਜੋ ਜਲੰਧਰ ਕੈਂਟ ਦੇ ਨਾਲ ਲੱਗਦਾ ਪਹਿਲਾ ਪਿੰਡ ਹੈ ਸੱਜੇ ਵਾਲੇ ਪਾਸੇ ਪਰਾਗਪੁਰ, ਜਿੱਥੋਂ ਦੇ ਹਾਕੀ ਖਿਡਾਰੀ ਬੜੇ ਹੋਏ ਹਨ, ਜਿੱਥੇ ਓਲੰਪਿਕ ਮੈਡਲ ਜਿਨ੍ਹਾਂ ਨੇ ਜਿੱਤੇ, ਔਰ ਹਾਕੀ ਦੇ ਸਭ ਤੋਂ ਵਧੀਆ ਖਿਡਾਰੀ ਇਸ ਪਿੰਡ ਵਿੱਚੋਂ ਪੈਦਾ ਹੁੰਦੇ ਨੇ, ਜਿਹਦਾ ਨਾਮ ਪਿੰਡ ਪਰਾਗਪੁਰ ਹੈ। ਸਰ ਕਰਤਾਰ ਸਿੰਘ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ, ਅਰੈਸਟ ਕਰ ਲਿਆ ਗਿਆ। ਉਸਨੇ ਸਰਕਾਰੀ ਗਵਾਹ ਤੇ ਉਸਨੂੰ ਫਿਰ ਸਜ਼ਾ ਜਿਹੜੀ ਮਿਲੀ 3 ਮਹੀਨੇ ਕੈਦ, 100 ਰੁਪਇਆ ਜੁਰਮਾਨਾ, ਮਤਲਬ ਉਹ ਇੱਕ ਮੁਖਬਰ ਦੇ ਤੌਰ ਦੇ ਉੱਤੇ ਉਹਨੂੰ ਸਜ਼ਾ ਜਿਹੜੀ ਮਿਲੀ ਗਈ। ਗੁਪਤ ਤੌਰ ਤੇ ਪਿਸਤੌਲ, ਬੰਬ ਤੇ ਕਾਰਤੂਸ ਰੱਖਣ ਦੇ ਅਪਰਾਧ ਵਿੱਚ 4 ਸਾਲ ਦੀ ਕੈਦ, 3 ਮਹੀਨੇ, ਫਿਰ ਵੱਖਰੀ ਕੈਦ, ਫਿਰ 100 ਰੁਪਇਆ ਜੁਰਮਾਨਾ ਤੇ ਬਗਾਵਤ ਦੇ ਮੁਕੱਦਮੇ 'ਚ ਫਾਂਸੀ ਦੀ ਸਜ਼ਾ ਦੀ ਉਹਦਾ ਹੁਕਮ ਹੋ ਗਿਆ। ਅਦਾਲਤ ਨੇ ਸਰਦਾਰ ਕਿਸ਼ਨ ਸਿੰਘ ਨੂੰ ਕਿਹਾ ਕਿ ਜੇ ਉਹ ਚਾਹੁਣ ਤਾਂ 1 ਹਫ਼ਤੇ ਦੇ ਅੰਦਰ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹਨ। ਸਰਦਾਰ ਕਿਸ਼ਨ ਸਿੰਘ ਜੀ ਨੇ ਅਪੀਲ ਕਰਨ ਤੋਂ ਇਨਕਾਰ ਕਰਤਾ ਔਰ ਇਹ ਕਿਹਾ ਮੈਂ ਸਜ਼ਾ ਨੂੰ ਬੜੀ ਖੁਸ਼ੀ ਨਾਲ ਕਬੂਲ ਕਰਦਾ ਹਾਂ, ਮੈਂ ਸਜ਼ਾ ਨੂੰ ਬੜੀ ਖੁਸ਼ੀ ਨਾਲ ਪ੍ਰਵਾਨ ਕਰਦਾ ਹਾਂ। ਸਰਦਾਰ ਕਰਮ ਸਿੰਘ ਜੀ ਤੇ ਸਰਦਾਰ ਆਨੰਦ ਸਿੰਘ ਜੀ, ਸੂਬੇਦਾਰ ਗੇਂਦਾ ਸਿੰਘ ਜੀ ਮਾਨਕੋ ਦੇ ਕਤਲ ਦੇ ਜੁਰਮ ਵਿੱਚ ਫਾਂਸੀ ਦੀ ਸਜ਼ਾ ਉਹਨਾਂ ਨੂੰ ਮਿਲੀ। ਬੱਬਰਾਂ ਦੀਆਂ ਸਜ਼ਾਵਾਂ ਦੀ ਗੱਲ ਕਰ ਰਿਹਾ ਹਾਂ। ਸਰਦਾਰ ਕਰਮ ਸਿੰਘ ਤੇ ਸਰਦਾਰ ਆਨੰਦ ਸਿੰਘ ਜੀ ਨੂੰ। ਬਾਬੂ ਸੰਤਾ ਸਿੰਘ ਜੀ ਨੂੰ ਕਾਨੂੰਨ ਵਿਰੁੱਧ ਹਥਿਆਰ ਰੱਖਣ ਦੇ ਕਾਰਨ 2 ਸਾਲ ਕੈਦ, 3 ਮਹੀਨੇ ਕੈਦ ਬੰਦ ਕੋਠੜੀ, 100 ਰੁਪਇਆ ਜੁਰਮਾਨਾ, ਗੁਪਤ ਤੌਰ ਤੇ ਹਥਿਆਰ ਰੱਖਣ ਦੇ ਜੁਰਮ ਵਿੱਚ 4 ਸਾਲ ਦੀ ਕੈਦ, ਸਖਤ ਕੈਦ ਜਿਹਨੂੰ ਅਸੀਂ ਕਹਿੰਦੇ ਹਾਂ, ਸਖਤ ਕੈਦ 4 ਸਾਲ ਦੀ, ਤੇ ਫਿਰ ਉਸ ਤੋਂ ਬਾਅਦ 3 ਮਹੀਨੇ ਕੈਦ ਬੰਦ ਕੋਠੜੀ ਤੇ 100 ਰੁਪਇਆ ਜੁਰਮਾਨਾ, ਮੁਕੱਦਮਾ ਸਾਜ਼ਿਸ਼ ਤੇ ਕਤਲ ਵਿੱਚ ਜੁਰਮ ਵਿੱਚ ਫਾਂਸੀ ਦੀ ਸਜ਼ਾ ਮਿਲੀ। ਸਾਹਿਬ ਬਾਬੂ ਸਿੰਘ ਜੀ, ਬਾਬੂ ਸੰਤਾ ਸਿੰਘ ਜੀ ਜਿਹੜੇ ਫਾਊਂਡਰ ਮੈਂਬਰ ਸਨ ਇਹਨਾਂ ਦੇ ਬੱਬਰ ਅਕਾਲੀਆਂ ਦੇ। ਸਰਦਾਰ ਦਲੀਪ ਸਿੰਘ ਜੀ ਧਾਮੀਆਂ 16 ਸਾਲ ਨੂੰ ਡਾਬੇ ਦੇ ਕਤਲ ਦੇ ਜੁਰਮਾਂ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ। ਉਹਨਾਂ ਦੀ ਉਮਰ 16 ਸਾਲ ਦੀ ਸੀ। ਫਿਰ ਕਾਲੇ ਪਾਣੀ ਦੀ ਸਜ਼ਾ। 11 ਸਿੰਘਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਮਿਲੀ, ਜਿਨ੍ਹਾਂ ਵਿੱਚ ਸਰਦਾਰ ਦਲੀਪ ਸਿੰਘ ਜੀ ਗੋਂਸਲ, ਸਰਦਾਰ ਆਤਮਾ ਸਿੰਘ ਜੀ ਬੀਕਾ, ਸਰਦਾਰ ਕਰਮ ਸਿੰਘ ਜੀ ਝਿੰਗੜ, ਸਰਦਾਰ ਸੁੰਦਰ ਸਿੰਘ ਜੀ, ਸਰਦਾਰ ਰਤਨ ਸਿੰਘ ਸਿੰਗੜੀਵਾਲਾ, ਸਰਦਾਰ ਦਲੀਪ ਸਿੰਘ, ਸਰਦਾਰ ਪਿਆਰਾ ਸਿੰਘ ਧਾਮੀਆਂ, ਸਰਦਾਰ ਠਾਕਰ ਸਿੰਘ, ਸਰਦਾਰ ਸੁਰਜਨ ਸਿੰਘ ਤੇ ਸਰਦਾਰ ਧਰਮ ਸਿੰਘ ਤੇ ਬੂਟਾ ਸਿੰਘ ਪੰਡੋਰੀ ਨਿੱਜਰਾ, ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਜਿਹੜੀ ਸੀ ਦਿੱਤੀ ਗਈ। ਇਸ ਤੋਂ ਬਾਅਦ ਫਿਰ ਸਖਤ ਕੈਦ ਦੀਆਂ ਸਜ਼ਾਵਾਂ ਜਿਹੜੀਆਂ ਸੀ ਸਰਦਾਰ ਬੰਤਾ ਸਿੰਘ ਜੀ, ਸਰਦਾਰ ਉਜਾਗਰ ਸਿੰਘ ਜੀ, ਸਰਦਾਰ ਸ਼ਿਵ ਸਿੰਘ ਜੀ ਬਬੇਲੀ, ਸਰਦਾਰ ਬੰਤਾ ਸਿੰਘ ਜੀ ਦੂਸਰੇ, ਹਰੀ ਸਿੰਘ ਜੀ, ਵਰਿਆਮ ਸਿੰਘ ਜੀ, ਫਿਰ ਵਰਿਆਮ ਸਿੰਘ ਜੀ ਪਧਿਆਣਾ ਜੋ ਆਦਮਪੁਰ ਦੇ ਕੋਲ ਜਾ ਪਿੰਡ ਪੈਂਦਾ ਹੈ, ਤਾਂ ਕਰਤਾਰ ਸਿੰਘ ਜੀ ਪਟੋਰੀ ਨਿੱਜਰਾ ਪਿੰਡ, ਸਰਦਾਰ ਰਾਮ ਸਿੰਘ ਜੀ, ਸਰਦਾਰ ਦੁਮਨ ਸਿੰਘ ਜੀ, ਸਰਦਾਰ ਗੁਰਬਚਨ ਸਿੰਘ ਜੀ, ਸਰਦਾਰ ਹਰਦਿੱਤ ਸਿੰਘ ਜੀ, ਸਰਦਾਰ ਹਰੀ ਸਿੰਘ ਜੀ, ਸਰਦਾਰ ਠਾਕੁਰ ਸਿੰਘ ਜੀ ਡੁਮੇਲੀ, ਸਰਦਾਰ ਕਰਤਾਰ ਸਿੰਘ ਜੀ ਨੂੰ 4 ਨੰਬਰ, ਕਰਤਾਰ ਸਿੰਘ ਨੰਬਰ 4 ਉਹਨਾਂ ਦਾ ਰੱਖਿਆ ਹੋਇਆ ਸੀ। ਉਹਨਾਂ ਨੂੰ 7 ਸਾਲ ਸਖਤ ਕੈਦ ਹੋਈ, 3 ਮਹੀਨੇ ਕੋਠੀ ਬੰਦ ਕੈਦ ਹੋਈ, 100 ਰੁਪਇਆ ਜੁਰਮਾਨਾ ਕੀਤਾ ਤੇ ਜੁਰਮਾਨਾ ਨਾ ਤਾਰਨ ਦੇ ਉੱਤੇ ਜੇ ਜੁਰਮਾਨਾ ਨਹੀਂ ਦੇਣਗੇ ਤਾਂ 1 ਸਾਲ ਦੀ 100 ਰੁਪਏ ਦੀ 100 ਰੁਪਏ ਦੇ ਬਦਲੇ 'ਚ 1 ਸਾਲ ਦੀ ਕੈਦ ਜਿਹੜੀ ਹੈ ਉਹਨਾਂ ਨੂੰ ਹੋਰ ਜਿਹੜੀ ਸੁਣਾ ਦਿੱਤੀ ਗਈ। ਇਹ ਜਿਹੜੇ ਹੋਰ ਸੱਜਣ ਵੀ ਨੇ ਜਿਨ੍ਹਾਂ ਨੂੰ 5-5 ਸਾਲ ਦੀਆਂ ਕੈਦਾਂ, 3 ਮਹੀਨੇ ਕੋਠੀ ਬੰਦ ਕੈਦ, 100 ਰੁਪਇਆ ਜੁਰਮਾਨਾ, ਜਿਨ੍ਹਾਂ ਦੇ ਵਿੱਚ ਕਾਫੀ ਨਾਮ ਨੇ, ਮੈਂ ਉਹਨਾਂ ਦਾ ਨਾਮ ਲਵਾਂਗਾ, ਸਮਾਂ ਬਹੁਤ ਜ਼ਿਆਦਾ ਲੱਗ ਜਾਏਗਾ, ਤਾਂ ਮੈਂ ਸੰਖੇਪ ਜੀ ਗੱਲ ਕਰਦਾ ਹਾਂ ਕਿ ਉਹਨਾਂ ਨੂੰ 5 ਸਾਲ ਦੀ ਕੈਦ, 3 ਮਹੀਨੇ ਕੋਠੀ ਬੰਦ ਕੈਦ, 100 ਰੁਪਇਆ ਜੁਰਮਾਨਾ ਤੇ ਜੁਰਮਾਨਾ ਨਾ ਤਾਰਨ ਦੀ ਸ਼ਕਲ ਵਿੱਚ 1 ਸਾਲ ਦੀ ਹੋਰ ਕੈਦ। ਸਰਦਾਰ ਅਮਰ ਸਿੰਘ ਜੀ ਤੇ ਸਰਦਾਰ ਛੱਜਾ ਸਿੰਘ ਤੇ ਹਰਨਾਮ ਸਿੰਘ ਨੇ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਦੇ ਦੋਸ਼ ਵਿੱਚ 6 ਸਾਲ ਦੀ ਸਖਤ ਕੈਦ, 3 ਮਹੀਨੇ ਕੋਠੀ ਬੰਦ ਕੈਦ, 100 ਰੁਪਇਆ ਜੁਰਮਾਨਾ ਤੇ ਜੁਰਮਾਨਾ ਨਾ ਤਾਰਨ ਦੇ ਇਹ ਕੇਸ ਵਿੱਚ 1 ਸਾਲ ਕੈਦ ਹੋਰ ਸਖਤ ਕੈਦ ਦਾ ਹੁਕਮ ਜਿਹੜਾ ਸੁਣਾ ਦਿੱਤਾ ਗਿਆ। ਬੱਬਰ ਕੇਸ ਦੀ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ। ਇਸ ਦਾ ਫੈਸਲਾ 20 ਜਨਵਰੀ 1926 ਨੂੰ ਹੋਇਆ। ਇਸ ਅਨੁਸਾਰ ਸਰਦਾਰ ਕਿਸ਼ਨ ਸਿੰਘ ਜੀ, ਸਰਦਾਰ ਬਾਬੂ ਸਿੰਘ ਜੀ,
ਸਾਹਿਬ ਬੰਤਾ ਸਿੰਘ ਜੀ, ਸਰਦਾਰ ਕਰਮ ਸਿੰਘ ਜੀ, ਸਰਦਾਰ ਆਨੰਦ ਸਿੰਘ ਜੀ, ਸਰਦਾਰ ਦਲੀਪ ਸਿੰਘ ਜੀ, ਧਰ ਧਰਮ ਸਿੰਘ ਨੂੰ ਫਾਂਸੀ ਦਿੱਤੀ ਗਈ। 38 ਨੂੰ 2 ਮਹੀਨੇ ਤੋਂ ਲੈ ਕੇ 7 ਸਾਲ ਦੀ ਕੈਦ ਹੋਈ। 10 ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। 34 ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ। ਇਸ ਤਰ੍ਹਾਂ ਇਹ ਬੱਬਰ ਲਹਿਰ ਦੀ ਸਮਾਪਤੀ ਜਿਹੜੀ ਹੈ ਹੋ ਜਾਂਦੀ ਹੈ। ਪਰ ਬੱਬਰ ਲਹਿਰ ਦੇ ਅਸਰ ਪਿੱਛੋਂ ਕਈ ਸਾਲਾਂ ਤੱਕ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਇਹ ਆਗੂਆਂ ਦੇ ਫਾਂਸੀ ਤੋਂ ਬਾਅਦ ਵੀ ਉਹ ਅਸਰ ਖਤਮ ਨਹੀਂ ਹੋਇਆ। ਜੋਸ਼ੀਲੇ ਆਦਮੀ ਜਿਹੜੇ ਝੋਲੀ ਝੁੱਕ ਸਨ, ਜਿਹੜੇ CID ਖਬਰ ਦੇਣ ਵਾਲੇ ਸਨ, ਉਹਨਾਂ ਨੂੰ ਸੁਧਿਆ ਹੀ ਜਾਂਦਾ ਰਿਹਾ। 1937 ਦੇ ਵਿੱਚ ਤਾਂ ਗਿਆਨੀ ਗੁਰਦਿੱਤ ਸਿੰਘ ਜੀ ਮੰਡਾਲੀ ਜਲੰਧਰ, ਸਰਦਾਰ ਹਰੀ ਸਿੰਘ ਜੀ ਸੂੰਡ, ਕਰਤਾਰ ਸਿੰਘ ਚੱਕ ਬਾਗੜੀਆਂ ਤੇ ਸ਼ਿਵ ਸਿੰਘ ਚੱਬੇਵਾਲ ਨੇ ਸਰਕਾਰੀ ਮੁਖਬਰ ਤੇ ਕੈਨੇਡਾ ਦੇ ਗੁਰਦੁਆਰੇ ਵਿੱਚ ਭਾਈ ਭਾਗ ਸਿੰਘ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਭਾਈ ਭਾਗ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਵਾਲੇ ਜਿਹੜੇ ਉਹਨਾਂ ਦੇ ਕਾਤਲ ਸੀ ਬੇਲਾ ਸਿੰਘ, ਹਾਂ ਭਾਈ ਕਾਤਲ ਸੀ ਬੇਲਾ ਸਿੰਘ, ਜਿਹੜਾ ਹੁਸ਼ਿਆਰਪੁਰ ਦੇ ਪਿੰਡ ਜੈਨ ਦਾ ਰਹਿਣ ਵਾਲਾ ਸੀ, ਉਹਨਾਂ ਨੂੰ ਕਤਲ ਕਰ ਦਿੱਤਾ। ਜਿਨ੍ਹਾਂ ਨੇ 1937 ਵਿੱਚ ਗਿਆਨੀ ਗੁਰਦਿੱਤ, ਦੁਬਾਰਾ ਦੁਹਰਾ ਰਿਹਾ ਹਾਂ, ਗਿਆਨੀ ਗੁਰਦਿੱਤ ਸਿੰਘ ਜੀ ਮੰਡਾਲੀ ਜਲੰਧਰ ਜ਼ਿਲ੍ਹਾ, ਸਰ ਹਰੀ ਸਿੰਘ ਸੂੰਡ, ਕਰਤਾਰ ਸਿੰਘ ਚੱਕ ਬਾਗੜੀਆਂ, ਸ਼ਿਵ ਸਿੰਘ ਚੱਬੇਵਾਲ ਤੇ ਸਰਕਾਰੀ ਮੁਖਬਰ ਚੱਬੇਵਾਲ ਨੇ ਸਰਕਾਰੀ ਮੁਖਬਰ ਤੇ ਵੈਂਕੂਵਰ ਕੈਨੇਡਾ ਦੇ ਗੁਰਦੁਆਰੇ ਵਿੱਚ ਭਾਈ ਭਾਗ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਵਾਲੇ ਕਾਤਲ ਬੇਲਾ ਸਿੰਘ ਪਿੰਡ ਜੈਨ ਹੁਸ਼ਿਆਰਪੁਰ ਨੂੰ ਕਤਲ ਕੀਤਾ। ਇਸ ਕੇਸ ਵਿੱਚ ਗਿਆਨੀ ਗੁਰਦਿੱਤ ਸਿੰਘ ਤੇ ਕਰਤਾਰ ਸਿੰਘ ਨੂੰ ਫਾਂਸੀ ਹੋਈ, ਫਾਂਸੀ ਦੀ ਸਜ਼ਾ ਦਿੱਤੀ ਗਈ। ਫਿਰ ਉਜਾਗਰ ਸਿੰਘ ਜੀ ਪਨਾਲੀਆਂ ਹੁਸ਼ਿਆਰਪੁਰ ਤੇ ਸਰਦਾਰ ਕਰਤਾਰ ਸਿੰਘ ਜੀ ਬਾਗੜੀਆਂ ਜਲੰਧਰ ਨੇ ਪ੍ਰਸਿੱਧ ਮੁਖਬਰ ਅਨੂਪ ਸਿੰਘ ਮਾਨਕੂ, ਜੋ ਆ ਭੋਗਪੁਰ ਦੇ ਨਾਲ ਪਿੰਡ ਹੈ, ਉਹਨਾਂ ਨੂੰ ਉਹਦੇ ਪੁੱਤਰ ਨੂੰ ਮਾਰ ਦਿੱਤਾ। ਇਸ ਵਿੱਚ ਸਰਦਾਰ ਕਰਤਾਰ ਸਿੰਘ ਨੂੰ ਫਿਰ ਫਾਂਸੀ ਦੀ ਸਜ਼ਾ ਹੋਈ। 1942 ਦੇ ਵਿੱਚ ਗਿਆਨੀ ਹਰਬੰਸ ਸਿੰਘ ਜੀ ਪੁੱਤਰ ਹਵਾਲਦਾਰ ਖੇਮ ਸਿੰਘ ਪਿੰਡ ਸਰਹਾਲਾ ਕਲਾਂ, ਮੈਨੇਜਰ ਗੁਰਦੁਆਰਾ ਕਮੇਟੀ ਕੀਰਤਪੁਰ ਬਾਬਾ ਗੇਂਦਾ ਸਿੰਘ ਸਰਹਾਲਾ ਕਲਾਂ, ਸਰਦਾਰ ਨਿਰਮਲ ਸਿੰਘ ਜੀ ਸ਼੍ਰੀ ਸ਼ੰਕਰ ਜੋ ਨਕੂਦਰ ਦੇ ਕੋਲ ਪਿੰਡ ਹੈ, ਅਨੰਦਪੁਰ ਸਾਹਿਬ ਦੇ ਝੋਲੀ ਚੁੱਕ ਮੇਲਾ ਸਿੰਘ ਪੁਜਾਰੀ ਨੂੰ ਪਾਰ ਬੁਲਾਉਣ ਦਾ ਯਤਨ ਕੀਤਾ। ਇਸ ਹਮਲੇ ਵਿੱਚ ਕਈ ਹੋਰ ਆਦਮੀ, ਇੱਕ ਆਦਮੀ ਹੋਰ ਵੀ ਮਾਰਿਆ ਗਿਆ, ਪਰ ਉਹ ਫਿਰ ਬਚ ਕੇ ਨਿਕਲ ਗਿਆ। ਇਹ ਤਿੰਨੇ ਗੁਰਦੁਆਰੇ ਡੇਰਾ ਸਾਹਿਬ, ਜਾਮਾ ਰਾਏ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਈ ਸਕੂਲ ਵਿੱਚੋਂ 10 ਜਨਵਰੀ 1943 ਵਿੱਚੋਂ ਹੀ ਫੜੇ ਗਏ ਸਨ। ਤੋ ਇੱਥੇ ਅਸੀਂ ਗੱਲ ਕਰਦੇ ਹਾਂ, ਜਦੋਂ ਅੱਗੇ ਨੂੰ ਤੁਰਦੇ ਹਾਂ ਇਸ ਬੱਬਰ ਅਕਾਲੀ ਲਹਿਰ ਦਾ, ਨਿਰਮਲ ਸਿੰਘ ਜੀ ਸ਼੍ਰੀ ਜਿਹੜੇ ਹਨ, ਇਹ 9 ਮਾਰਚ 1947 ਨੂੰ ਬਾਬੂ ਲਾਹ ਸਿੰਘ ਜੀ ਨਾਲ ਜਲੰਧਰ ਵਿੱਚ ਮੁਸਲਿਮ ਲੀਗੀਆਂ ਵੱਲੋਂ ਕੀਤੀ ਗਈ ਗੜਬੜ ਵਿੱਚ ਮਾਰੇ ਗਏ ਸਨ, ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ। ਤੇ 9 ਮਾਰਚ 1947 ਨੂੰ ਜਦੋਂ ਮੁਸਲਿਮ ਲੀਗ ਨੇ ਗੱਲਬਾਤ ਕੀਤੀ, ਗੜਬੜ ਕੀਤੀ, ਤਾਂ ਉਹਦੇ 'ਚ ਮਾਰੇ ਗਏ ਸਨ। ਤੋ ਭਾਈ ਰਤਨ ਸਿੰਘ ਰੱਕੜ ਜ਼ਿਲ੍ਹਾ ਹੁਸ਼ਿਆਰਪੁਰ ਵੀ ਬੜਾ ਦਲੇਰ ਬੱਬਰ ਅਕਾਲੀ ਸੀ, ਉਹ ਵੀ ਪੁਲਿਸ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ। 1936 ਤੋਂ 40 ਸਾਲ ਦੇ ਵਿੱਚ ਜਦੋਂ ਸਰਦਾਰ ਹਰੀ ਸਿੰਘ ਜੀ ਕਹਾਰਪੁਰੀ ਦੀ ਪ੍ਰੇਰਨਾ ਨਾਲ ਸਿੰਘ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦੀ ਸੇਵਾ ਕੀਤੀ, ਉਸ ਮੌਕੇ ਤੇ ਅਮਰੀਕਾ ਤੇ ਕੈਨੇਡਾ ਦੇ ਸਿੰਘਾਂ ਨੇ ਬੱਬਰਾਂ ਦੀ ਯਾਦ ਵਿੱਚ ਤਖਤ ਸਾਹਿਬ ਦੀ ਇਮਾਰਤ ਦੇ ਨਾਲ ਸੰਬੰਧਿਤ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਹੇਠ ਇੱਕ ਬੱਬਰ ਬੁੰਗਾ ਬਣਵਾਇਆ, ਜੋ ਇਸ ਵਕਤ ਸੰਗਤਾਂ ਦੀ ਰਿਹਾਇਸ਼ ਲਈ ਵਰਤਿਆ ਜਾਂਦਾ ਹੈ। ਅਨੰਦਪੁਰ ਸਾਹਿਬ ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਬੁੰਗਾ ਬਣਾਇਆ ਜੋ ਸੰਗਤਾਂ ਦੀ ਰਿਹਾਇਸ਼ ਲਈ ਵਰਤਿਆ ਜਾਂਦਾ ਹੈ। ਤੋ ਇਹ ਬਹੁਤ ਥੋੜੇ ਜਿਹੇ ਸਮੇਂ ਦੀ ਬੱਬਰ ਅਕਾਲੀ ਲਹਿਰ ਹੈ, ਜੋ ਲਗਭਗ 1922 ਨੂੰ ਜਨਮ ਲੈਂਦੀ ਹੈ ਤੇ ਲਗਭਗ 1926 ਦੇ ਵਿੱਚ ਇਹਦੀ ਲਗਭਗ 4 ਸਾਲ ਦੀਆਂ ਗਤੀਵਿਧੀਆਂ ਮੇਨ ਰਹਿੰਦੀਆਂ ਹਨ। ਉਸ ਤੋਂ ਬਾਅਦ ਇਹਦੀਆਂ ਗਤੀਵਿਧੀਆਂ ਬਹੁਤ ਛੋਟੀਆਂ ਹੋ ਜਾਂਦੀਆਂ ਨੇ। ਅੱਜ ਜੇ ਆਜ਼ਾਦੀ ਦਾ ਨਿੱਘ ਅਸੀਂ ਮੰਨਦੇ ਹਾਂ ਤਾਂ ਇਹ ਨਾਮਿਲਵਰਤਨ ਲਹਿਰ ਵਿੱਚੋਂ ਪੈਦਾ ਨਹੀਂ ਹੋਇਆ, ਡਾਂਡੀ ਯਾਤਰਾ ਵਿੱਚੋਂ ਇਹਨੇ ਜਨਮ ਨਹੀਂ ਲਿਆ। ਉਹ ਇੱਕ ਪੱਖ ਸੀ, ਜਾਂ ਕੇਵਲ ਡਾਂਗਾ ਖਾ ਕੇ ਆਜ਼ਾਦੀ ਨਹੀਂ ਮਿਲਦੀ, ਆਜ਼ਾਦੀ ਲੈਣ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਤੇ ਇਹ ਬੱਬਰਾਂ ਦੀਆਂ ਜਿਹੜੀਆਂ ਕੁਰਬਾਨੀਆਂ ਹਨ, ਇਹਨੇ ਅੰਗਰੇਜ਼ ਸਰਕਾਰ ਨੂੰ 5 ਸਾਲ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ, ਔਰ 5 ਸਾਲ ਲਗਾਤਾਰ ਐਸੀ ਹਨੇਰੀ ਮਚਾਈ ਕਿ ਹਕੂਮਤ ਨੂੰ ਇਹ ਪਤਾ ਹੀ ਨਹੀਂ ਸੀ ਲੱਗਦਾ ਵੀ ਇੱਥੇ ਵਾਪਰ ਕੀ ਰਿਹਾ ਹੈ, ਹੋ ਕੀ ਰਿਹਾ ਹੈ। ਔਰ ਉਹਨਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਸਾਡਾ ਬਹੁਤਾ ਸਮਾਂ ਭਾਰਤ ਦੀ ਧਰਤੀ ਤੇ ਕਦਮ ਰੱਖਣ ਦਾ ਹੀ ਹੁਣ ਨਹੀਂ ਨਿਕਲੇਗਾ।
ਇਹ ਗੱਲ ਬੱਬਰਾਂ ਦੀਆਂ ਉਸ ਬੱਬਰ ਅਕਾਲੀ ਲਹਿਰ ਨੇ ਗੱਲ ਸਾਬਤ ਕਰ ਦਿੱਤੀ ਸੀ ਕਿ ਭਾਰਤ ਨੂੰ ਬਹੁਤੀ ਦੇਰ ਤੱਕ ਗੁਲਾਮ ਨਹੀਂ ਰੱਖਿਆ ਜਾ ਸਕੇਗਾ, ਕਿਉਂਕਿ ਇੱਥੋਂ ਦੇ ਲੋਕ ਆਜ਼ਾਦ ਹੋ ਗਏ ਹਨ। ਜਦੋਂ ਕਿ ਹਥਿਆਰ ਚੁੱਕਣਾ ਸ਼ੁਰੂ ਕਰ ਦਿੰਦੇ ਹਨ, ਬਗਾਵਤ ਦਾ ਰਸਤਾ ਜਦੋਂ ਫੜ ਲੈਂਦੇ ਹਨ, ਜਦੋਂ ਇੱਥੋਂ ਦੇ ਲੋਕਾਂ ਨੂੰ ਆਪਣੇ ਹੱਕਾਂ ਦਾ ਲੈਣ ਦੀ ਗੱਲ ਆ ਜਾਂਦੀ ਹੈ, ਲੋਕੀ ਜਾਗਰੂਕ ਹੋ ਜਾਣ, ਤਾਂ ਫਿਰ ਉਸ ਲਹਿਰ ਨੂੰ ਦਬਾਉਣਾ ਬੜਾ ਕਠਿਨ ਹੁੰਦਾ ਹੈ। ਭਾਵੇਂ ਉਸ ਲਹਿਰ ਦੇ ਇਹ ਮੁਖੀ ਖਤਮ ਹੋ ਜਾਂਦੇ ਨੇ, ਭਾਵੇਂ ਉਹ ਲਹਿਰਾਂ ਵੇਲੇ ਦੇ ਹਿਸਾਬ ਦੇ ਨਾਲ ਕੁਝ ਸਮੇਂ ਲਈ ਦਬ ਜਾਂਦੀਆਂ ਹਨ, ਲੇਕਿਨ ਉਹਨਾਂ ਲਹਿਰਾਂ ਦਾ ਅਸਰ ਆਉਣ ਵਾਲੀਆਂ ਸਦੀਆਂ ਤੱਕ ਵੀ ਰਹਿੰਦਾ ਹੈ। ਮੈਂ ਬੇਨਤੀ ਕਰਦਿਆਂ ਵੀ ਆਉਣ ਵਾਲੀਆਂ ਸਦੀਆਂ ਤੱਕ ਵੀ ਰਹਿੰਦਾ ਹੈ, ਔਰ ਇਸ ਬੱਬਰ ਅਕਾਲੀ ਲਹਿਰ ਦਾ ਅਸਰ ਵੀ ਸਾਨੂੰ 1975 ਤੋਂ ਲੈ ਕੇ 1995 ਤੱਕ ਦੀਆਂ ਹੋਈਆਂ ਸ਼ਹਾਦਤਾਂ ਵਿੱਚੋਂ ਵੀ ਮਿਲਦਾ ਹੈ, ਜਦੋਂ ਹਥਿਆਰਬੰਦ ਸੰਘਰਸ਼ ਜਿਹੜੇ ਸੀ ਉਹ ਸ਼ੁਰੂ ਹੋਏ। ਜਦੋਂ ਕਿਸੇ ਨੂੰ ਇਨਸਾਫ ਨਾ ਮਿਲੇ, ਜਦੋਂ ਕਿਸੇ ਨੂੰ ਨਿਆਂ ਨਾ ਮਿਲੇ, ਜਦੋਂ ਕਿਸੇ ਦੇ ਮੁੱਢਲੇ ਹੱਕਾਂ ਉੱਤੇ ਡਾਕੇ ਮਾਰੇ ਜਾਣ, ਜਦੋਂ ਕਿਸੇ ਦੇ ਮੁੱਢਲੇ ਹੱਕਾਂ ਨੂੰ ਚਕਨਾ ਚੂਰ ਕਰ ਦਿੱਤਾ ਜਾਵੇ, ਜਦੋਂ ਕਿਸੇ ਨੂੰ ਠੀਕ ਗੱਲ ਨੂੰ ਵੀ ਗਲਤ ਕਿਹਾ ਜਾਵੇ, ਜਦੋਂ ਸੱਚ ਨੂੰ ਝੂਠ ਕਰਕੇ ਪ੍ਰਚਾਰਿਆ ਜਾਵੇ, ਤਾਂ ਉਦੋਂ ਇਹ ਲਹਿਰਾਂ ਫਿਰ ਜਨਮ ਲੈਂਦੀਆਂ ਹਨ। ਲਹਿਰਾਂ ਵੈਸੇ ਜਨਮ ਨਹੀਂ ਲੈਂਦੀਆਂ, ਲਹਿਰਾਂ ਉਦੋਂ ਜਨਮ ਲੈਂਦੀਆਂ ਹਨ ਜਦੋਂ ਤੁਹਾਡੀ ਸੱਚ ਦੀ, ਹੱਕ ਦੀ ਆਵਾਜ਼ ਨੂੰ ਸਦਾ ਲਈ ਦਬਾ ਦਿੱਤਾ ਜਾਏ। ਉਹੀ ਲਹਿਰ, ਉਹ ਲਹਿਰ ਸੀ ਆਜ਼ਾਦੀ ਦੀ, ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਤੋਂ ਆਰੰਭ ਹੋਈ। ਜਦੋਂ ਕਲ ਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ। ਜਦੋਂ ਲੋਕਾਂ ਨੂੰ ਆਪਣਾ ਹੱਕ ਨਹੀਂ ਸੀ ਪਤਾ, ਜਦੋਂ ਲੋਕਾਂ ਨੂੰ ਆਪਣੀ ਬੋਲੀ ਨਹੀਂ ਸੀ ਪਤਾ, ਜਦੋਂ ਲੋਕਾਂ ਨੂੰ ਆਪਣੇ ਜੀਣ ਦਾ ਢੰਗ ਨਹੀਂ ਸੀ ਪਤਾ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਵਾਜ਼ ਨੇ ਲੋਕਾਂ ਨੂੰ ਜਿੱਥੇ ਜੀਵਨ ਦਾ ਢੰਗ ਦੱਸਿਆ, ਜਿੱਥੇ ਜੀਵਨ ਦੀ ਮਰਿਆਦਾ ਸਮਝਾਈ, ਜਿੱਥੇ ਜੀਵਨ ਦੀ ਗੱਲ ਸਮਝਾਈ, ਜੀਵਨ ਦੀ ਸ਼ੈਲੀ ਸਮਝਾਈ, ਉੱਥੇ ਉਸ ਆਵਾਜ਼ ਵਿੱਚੋਂ ਆਜ਼ਾਦੀ ਦਾ ਇੱਕ ਖੁਸ਼ਬੂ ਆਉਣੀ ਸ਼ੁਰੂ ਹੋਈ। ਉਸ ਇਲਾਹੀ ਫਕੀਰ, ਉਸ ਸ਼ਾਹੀ ਫਕੀਰ, ਉਸ ਕਰਤੇ ਦੇ ਘਰ ਦੇ ਸੁਨੇਹਾਦਾਰ ਨੇ ਰਵਾਬ ਦੀਆਂ ਤੰਦਾਂ ਵਿੱਚੋਂ ਜੋ ਸ਼ਬਦ ਪਾ ਕੇ ਗਾਇਆ ਹੈ, ਉਸ ਸ਼ਬਦ ਨੇ ਲੋਕਾਂ ਨੂੰ ਮੋਹ ਲਿਆ, ਔਰ ਸ਼ਬਦ ਦੇ ਨਾਲ ਲੋਕੀ ਖਿੱਚੇ ਗਏ। ਤੇ ਇਸ ਹਥਿਆਰ ਸ਼ਾਂਤਮਈ ਸੰਘਰਸ਼ ਨੂੰ ਜੋ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਦਾ ਸੀ, ਖਤਮ ਕਰਨ ਲਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਤੇ ਉਹ ਫਿਰ ਸਿੱਖ ਨੇ ਤਲਵਾਰ ਚੁੱਕਣੀ ਜਾਇਜ਼ ਸਮਝੀ। ਉਹ ਸੀ ਮੀਰੀ ਪੀਰੀ ਦਾ ਸੰਕਲਪ। ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਉਹਦੇ ਸਲੋਕੀ ਗਾਉਣ ਲੱਗ ਪਏ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਸੱਚੇ ਪਾਤਸ਼ਾਹ, ਤੇਰੀ ਪੱਗ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਦੀ ਕੀ ਵਕਤ ਹੈ, ਤੇਰੇ ਰਾਜ ਭਾਗ ਦੇ ਸਾਹਮਣੇ ਜਹਾਂਗੀਰ ਦੀ ਕੀ ਵਕਤ ਹੈ, ਤੇਰੇ ਤਖਤ ਦੇ ਸਾਹਮਣੇ ਦੁਨੀਆ ਦੇ ਇਸ ਤਖਤ ਦੀ ਕੀ ਵੈਲਿਊ ਹੈ, ਕੋਈ ਵੈਲਿਊ ਨਹੀਂ। ਇਹ ਸੰਘਰਸ਼ ਰਸਤਾ ਸੀ, ਇਸ ਤਰ੍ਹਾਂ ਚੱਲਦਾ ਹੈ। ਫਿਰ 7ਵੇਂ 8ਵੇਂ 9ਵੇਂ ਪਾਤਸ਼ਾਹ ਵੇਲੇ ਇਹ ਸ਼ਾਂਤਮਈ ਸ਼ਹਾਦਤ ਜਿਹੜੀਆਂ ਹੁੰਦੀਆਂ ਰਹੀਆਂ, ਪਰ 10ਵੇਂ ਪਾਤਸ਼ਾਹ ਨੇ ਫਿਰ ਉਹ ਇੱਕ ਐਲਾਨ ਕੀਤਾ ਸੀ, ਜਦੋਂ ਹੱਕ ਨੂੰ ਦਬਾਇਆ ਜਾਵੇ, ਹਕੂਮਤ ਇਹ ਗੱਲ ਕਹਿੰਦੀ ਹੈ ਕਿ ਇਸ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਪਰ ਮੇਰਾ ਐਲਾਨ ਹੈ ਮੇਰੇ ਸਿੱਖ ਘੋੜਿਆਂ ਦੇ ਸ਼ਾਹ ਸਵਾਰ ਬਣਨਗੇ। ਹਕੂਮਤ ਇਹ ਗੱਲ ਕਹਿੰਦੀ ਹੈ ਕੋਈ ਝੰਡਾ ਫੜ ਕੇ ਤੁਰ ਨਹੀਂ ਸਕਦਾ, ਅਨੰਦਪੁਰ ਦੀ ਨਗਰੀ ਤੇ ਉੱਚੇ ਨਿਸ਼ਾਨ ਝੂਲਣਗੇ। ਹਕੂਮਤ ਇਹ ਕਹਿੰਦੀ ਹੈ ਕੋਈ ਢੋਲ ਦੀ ਆਵਾਜ਼ ਤੇ ਟੱਪ ਨਹੀਂ ਸਕਦਾ, ਪਰ ਇਸ ਧਰਤੀ ਦੇ ਨਗਾਰੇ ਵੱਜਣਗੇ। ਹਕੂਮਤ ਇਹ ਗੱਲ ਕਹਿੰਦੀ ਹੈ ਕਿ ਅਸੀਂ ਕਿਸੇ ਦੇ ਸਿਰ ਤੇ ਵਾਲ ਨਹੀਂ ਰਹਿਣ ਦੇਣੇ, ਕੇਸ ਨਹੀਂ ਰਹਿਣ ਦੇਣੇ, ਪਰ ਮੇਰੇ ਸਿੱਖ ਆਪਣੇ ਸਿਰਾਂ ਤੇ ਦੋਹਰੀਆਂ ਦਸਤਾਰਾਂ ਸਜਾਉਣਗੇ। ਤੋ ਇਸ ਜਦੋਂ ਸੱਚ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਉਹਦੇ ਵਿੱਚੋਂ ਇਹ ਸੰਘਰਸ਼ ਜਨਮ ਲੈਂਦਾ ਹੈ। ਉਹ ਕਲਗੀਧਰ ਪਾਤਸ਼ਾਹ ਜੀ ਦੇ ਉਸ ਸੰਘਰਸ਼ ਨੇ ਵਕਤ ਪਾਈ ਰੱਖਿਆ। ਉਹ ਹਕੂਮਤ, ਜਿਹੜੀ ਹਕੂਮਤ ਕਿੰਨੇ ਸੌ ਸਾਲਾਂ ਤੋਂ ਇਸ ਭਾਰਤ ਵਰਸ਼ ਵਿੱਚ, ਲਗਭਗ 15ਵੀਂ ਸਦੀ ਵਿੱਚ ਮੁਗਲਾਂ ਦੀ ਹਕੂਮਤ ਭਾਰਤ ਵਿੱਚ ਆਉਂਦੀ ਹੈ, ਔਰ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਆਉਂਦੀ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਕਾਲ ਚਲਾਣੇ ਜੋਤੀ ਜੋਤ ਸਮਾਉਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਹੀ ਮੁਗਲ ਹਕੂਮਤ ਦਾ ਅੰਤ ਜਿਹੜਾ ਹੈ ਹੋਣਾ ਸ਼ੁਰੂ ਹੁੰਦਾ ਹੈ, ਤੇ ਅਖੀਰ ਇਹ ਹਕੂਮਤ ਖਤਮ ਹੋ ਕੇ ਸਿੱਖ ਰਾਜ ਭਾਰਤ ਦੀ ਧਰਤੀ, ਪੰਜਾਬ ਦੀ ਧਰਤੀ ਦੇ ਉੱਤੇ ਕਾਇਮ ਹੁੰਦਾ ਹੈ। ਇਹਨਾਂ ਸੰਘਰਸ਼ਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਠੀਕ ਹੈ ਕਿ ਵੇਲੇ ਦੇ ਵੇਲੇ ਉਸ ਵੇਲੇ ਵੀ ਬਹੁਤ ਸਾਰੇ ਆਗੂਆਂ ਨੇ, ਵਿਰੋਧੀਆਂ ਨੇ ਇਹ ਤੇ ਉਂਗਲਾਂ ਚੁੱਕੀਆਂ ਹੋਣਗੀਆਂ, ਪਰ ਜਦੋਂ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਬਾਰ-ਬਾਰ ਕੀਤਾ ਜਾਵੇ, ਤਾਂ ਫਿਰ ਇਸ ਸੰਘਰਸ਼ ਦੇ ਵਿੱਚੋਂ ਇਹ ਹਥਿਆਰ ਚੁੱਕ ਕੇ ਉਹਨੂੰ ਲੋਕਾਂ ਨੂੰ ਜਗਾਉਣਾ ਇੱਕ ਸਮੇਂ ਦੀ ਲੋੜ ਹੁੰਦੀ ਹੈ। ਇਹ ਬੱਬਰ ਅਕਾਲੀਆਂ ਨੇ ਉਹ ਰਸਤਾ ਚੁਣਿਆ, ਜਿਹੜਾ ਰਸਤਾ ਇਹ ਗੁਰੂ ਸਾਹਿਬਾਨ ਨੇ ਸਾਨੂੰ ਮਾਰਗ ਦੱਸਿਆ ਸੀ। ਪਰ
ਕੌਮ ਦੇ ਬਹੁਤ ਸਾਰੇ ਆਗੂਆਂ ਨੇ ਉਹਦਾ ਸਾਥ ਨਾ ਦਿੱਤਾ, ਜਿਸ ਕਰਕੇ ਇਹ ਸੰਘਰਸ਼ ਜਿਹੜਾ ਸੀ ਆਪਣੀ ਪਲਟੀ ਤੋਂ ਲੱਥ ਗਿਆ। ਔਰ ਇਹਨਾਂ ਆਗੂਆਂ ਦੇ ਫਾਂਸੀ ਤੋਂ ਬਾਅਦ, ਇਹਨਾਂ ਆਗੂਆਂ ਦੇ ਸੰਸਾਰ ਤੋਂ ਰੁਖਸਤ ਕਰਨ ਤੋਂ ਬਾਅਦ ਇਹ ਸੰਘਰਸ਼ ਵੀ ਨਾਲ ਹੀ ਉੱਥੇ ਠੱਪ ਗਿਆ। ਪਰ ਇਸ ਸੰਘਰਸ਼ ਨੇ ਭਾਰਤ ਦੀ ਆਜ਼ਾਦੀ ਦੀ ਚਿੰਨ੍ਹ ਜਿਹੜੀ ਸੀ ਉਹ ਲੋਕਾਂ ਦੇ ਵਿੱਚ ਜ਼ਰੂਰ ਪੈਦਾ ਕਰ ਦਿੱਤੀ। ਔਰ ਇਸ ਸੰਘਰਸ਼ ਤੋਂ ਲਗਭਗ 20 ਸਾਲਾਂ ਬਾਅਦ ਹੀ ਭਾਰਤ ਨੂੰ ਅੰਗਰੇਜ਼ਾਂ ਨੂੰ ਛੱਡ ਕੇ ਭਾਰਤ ਨੂੰ ਇੱਥੋਂ ਜਾਣਾ ਪਿਆ। ਔਰ ਭਾਰਤ ਜੋ ਆਜ਼ਾਦੀ ਦਾ ਨਿੱਘ ਮਾਣਦਾ ਹੈ, ਉਹ ਕੇਵਲ ਉਹੀ ਡਾਂਡੀ ਯਾਤਰਾ ਵਿੱਚੋਂ ਨਹੀਂ, ਉਹ ਆਜ਼ਾਦੀ ਦਾ ਨਿੱਘ ਇਹਨਾਂ ਬੱਬਰਾਂ ਦੇ ਖੂਨ ਵਿੱਚੋਂ ਵੀ ਨਜ਼ਰ ਆਉਂਦਾ ਹੈ, ਇਹਨਾਂ ਸ਼ਹੀਦਾਂ ਦੀਆਂ ਫਾਂਸੀ ਦੇ ਰੱਸਿਆਂ ਵਿੱਚੋਂ ਵੀ ਨਜ਼ਰ ਆਉਂਦਾ ਹੈ। ਆਜ਼ਾਦੀ ਦਾ ਖੂਨ, ਆਜ਼ਾਦੀ ਦਾ ਸੰਘਰਸ਼, ਉਹਦੇ ਵਿੱਚ ਜਲਿਆਂਵਾਲੇ ਬਾਗ ਵਿੱਚ ਹੋਏ ਸ਼ਹੀਦਾਂ ਦਾ ਖੂਨ ਵੀ ਨਜ਼ਰ ਆਉਂਦਾ ਹੈ। ਤੇ ਉਸ ਸੰਘਰਸ਼ ਵਿੱਚ ਸਾਨੂੰ ਸ਼ਾਇਦ ਵੇਲੇ ਦੇ ਹਾਕਮਾਂ ਨੂੰ ਭੁੱਲ ਜਾਏ, ਲੇਕਿਨ ਸਿੱਖ ਕੌਮ ਉਸ ਸੰਘਰਸ਼ ਨੂੰ ਕਦੀ ਨਹੀਂ ਭੁੱਲ ਸਕਦੀ, ਜਿਹੜੇ ਸਾਡੇ ਆਗੂਆਂ ਨੇ, ਸਾਡੇ ਬਜ਼ੁਰਗਾਂ ਨੇ ਆਪਣੇ ਤੇ ਤਸ਼ੱਦਦ ਸਹਿ ਕੇ ਇਹਨੂੰ ਆਜ਼ਾਦੀ ਮਾਣਨ ਦਾ ਜਿਹੜਾ ਸੀ ਮੌਕਾ ਬਖਸ਼ਿਸ਼ ਕੀਤਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਵੀ ਆਪਣੇ ਜੀਵਨ ਵਿੱਚ ਅਣਖ ਤੇ ਇੱਜ਼ਤ ਦੀ ਕਣੀ ਪੈਦਾ ਕਰੀਏ ਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਕੌਮ ਲਈ ਸਾਨੂੰ ਵੀ ਆਪਣੀ ਜਾਨ ਤਲੀ ਤੇ ਰੱਖ ਕੇ ਕੁਰਬਾਨੀ ਕਰਨ ਦਾ ਜਜ਼ਬਾ ਸਾਡੇ ਅੰਦਰ ਪੈਦਾ ਕਰੋ, ਤਦ ਕਿ ਅਸੀਂ ਕੌਮ ਲਈ ਕੁਝ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।